ਬੱਚਿਓ ਮੈਂ ਇੱਕ ਹੁਣ ਗੀਤ ਗਾਉਂਗਾ, ਤੁਸੀਂ ਨਾਲ ਨਾਲ ਸਾਰਿਆਂ ਨੇ ਤਾੜੀ ਵਜਾਣੀ ਹੈ, ਠੀਕ ਹੈ? ਹੋ ਨਾਟਕ 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 ਜਾ ਰਹੇ ਹਾਂ ਰੈਡ ਆਰਟਸ ਦੀ ਪੇਸ਼ਕਾਰੀ ਤੇ ਦੀਪ ਜਗਦੀਪ ਦੀ ਕਲਮ ਚੋਂ ਨਿਕਲਿਆ ਹੋਇਆ ਪੰਜਾਬੀ ਨੁੱਕੜ ਨਾਟਕ ਵਹਿੰਗੀ। ਸਤਿ ਸ਼੍ਰੀ ਅਕਾਲ ਸਾਰੇ, ਬੁਲਾਓ ਸਤਿ ਸ਼੍ਰੀ ਅਕਾਲ। ਰਾਮ ਰਾਮ ਆਦਾਬ ਸਲਾਮ। ਹੁਣ ਏਦਾਂ ਕਰੋ ਵੀ ਆਪੋ ਆਪਣੇ ਧਰਮ ਦੇ ਹਿਸਾਬ ਨਾਲ ਮੇਰੀ ਸਲਾਮ ਦੁਆ ਕਬੂਲ ਕਰੋ, ਕਿਉਂਕਿ ਹਰੇਕ ਦੇ ਧਰਮ ਦਾ ਸਤਿਕਾਰ ਕਰਨਾ ਸਾਡਾ ਨਿੱਜੀ ਫਰਜ਼ ਹੈ। ਮੈਂ ਸ਼ਰਵਣ, ਹੁਣ ਸ਼ਰਵਣ ਉਹ ਨਹੀਂ ਜਿਹੜਾ ਵਹਿੰਗੀ ਤੇ ਬਿਠਾ ਕੇ ਆਪਣੇ ਮਾਪਿਓ ਨੂੰ ਤੀਰਥ ਯਾਤਰਾ ਤੇ ਲੈ ਗਿਆ ਸੀ, ਬਲਕਿ ਮੈਂ ਤਾਂ ਅੱਜ ਦਾ ਸ਼ਰਵਣਾ ਜਿਹੜਾ ਆਪਣੇ ਹੀ ਮਾਪਿਓ ਤੇ ਬੋਝ ਆ। ਵੈਸੇ ਵੀ ਅੱਜ ਕੱਲ੍ਹ ਦੇ ਸਾਰੇ ਸ਼ਰਵਣ ਆਪਣੇ ਮਾਪਿਓ ਤੇ ਬੋਝ ਹੀ ਨੇ। ਤੀਰਥ ਯਾਤਰਾ ਦਾ ਕੀ, ਉਹਨਾਂ ਨੇ ਤਾਂ ਕਦੇ ਘਨੌਣ ਨਹੀਂ ਟਪਾਇਆ ਹੁੰਦਾ ਆਪਣੇ ਮਾਪਿਓ ਨੂੰ। ਮੇਰਾ ਪੂਰਾ ਨਾਮ ਹੈ ਡਾਕਟਰ ਸ਼ਰਵਣ। ਹੁਣ ਡਾਕਟਰ ਬੰਦੇ ਠੀਕ ਕਰਨ ਵਾਲਾ ਨਹੀਂ ਤੇ ਨਹੀਂ ਜਾੜਾ ਕੱਢਣ ਵਾਲਾ, ਆ ਵਿੱਚੋਂ ਕੋਈ ਭਾਜੀ ਦਾ ਕੰਮ, ਬਲਕਿ ਮੈਂ ਤਾਂ PhD ਵਾਲਾ ਡਾਕਟਰ ਆ। ਜਿਸ ਦੀ PhD ਕੀਤੀ ਹੋਵੇ ਉਹਦੇ ਨਾਂ ਦੇ ਨਾਲ ਵੀ ਡਾਕਟਰ ਲੱਗਦਾ। ਇਹ ਗੱਲ ਤਾਂ ਤੁਸੀਂ ਸਾਰੇ ਜਾਣਦੇ ਹੀ ਹੋ। ਸੋ ਮੈਂ ਸਾਰੇ ਪਿੰਡ ਵਿੱਚ ਲੋਕੀ ਮੈਨੂੰ ਡਾਕਟਰ ਸ਼ਰਵਣ ਕਹਿੰਦੇ ਨੇ, ਪਰ ਮੈਂ ਆਪਣੇ ਆਪ ਨੂੰ ਕਹਿੰਦਾ ਡਾਕਟਰ ਬੇਰੁਜ਼ਗਾਰ ਸ਼ਰਵਣ, ਕਿਉਂਕਿ 25 ਸਾਲ ਮਿਹਨਤ ਕਰਨ ਦੇ ਬਾਵਜੂਦ ਵੀ, PhD ਕਰਨ ਦੇ ਬਾਵਜੂਦ ਵੀ ਕੰਮ ਧੰਦਾ ਕੋਈ ਨਹੀਂ। ਜੇ ਕੋਈ ਪੁੱਛਦਾ ਵੀਰੇ ਕੀ ਕਰਦੇ ਹੋ, ਬਸ ਵੇਲੇ ਵੀਰੇ। ਦੁਪਹਿਰੇ ਕੀ ਕਰਦੇ ਹੋ, ਵੇਲੇ ਭਾਜੀ। ਉਹ ਸ਼ਾਮੀ ਕੀ ਕਰਦੇ ਹੋ, ਵੇਲੇ ਵੀਰੇ। ਉਹ ਫਿਰ ਕਰਦੇ ਕੀ ਹੋ, ਬਸ ਕੁੱਤੇ ਕੁੱਟੀ ਦੇ। ਪਰ ਇਹਦਾ ਮਤਲਬ ਇਹ ਨਹੀਂ ਦੋਸਤੋ ਕਿ ਮੈਂ ਕੋਈ ਕੰਮ ਧੰਦਾ ਕਰਨਾ ਨਹੀਂ ਚਾਹੁੰਦਾ। ਹਾਂ, ਕੰਮ ਮੇਰੀ ਯੋਗਤਾ ਦੇ ਮੁਤਾਬਿਕ ਹੋਵੇ, ਸੋ ਤਨਖਾਹ ਵੀ। ਸੋ ਕੰਮ ਧੰਦਾ ਮੈਨੂੰ ਕੋਈ ਮਿਲਿਆ ਨਹੀਂ, ਮੈਂ ਸੋਚਿਆ ਆਪਣਾ ਹੀ ਕੰਮ ਸ਼ੁਰੂ ਕਰ ਲੈਂਦੇ ਆ। ਉਸੇ ਕੰਮ ਦੇ ਸਿਲਸਿਲੇ 'ਚ ਅੱਜ ਮੈਂ ਤੁਹਾਡੇ ਕੋਲ ਆਇਆ। ਜੇ ਅੱਜ ਇੱਥੇ ਕੰਮ ਸ਼ੁਰੂ ਹੋ ਗਿਆ ਤਾਂ ਕੱਲ ਨੂੰ ਜਾਊਂਗਾ ਮੈਂ ਚੰਡੀਗੜ੍ਹ ਤੇ ਪਰਸੋਂ ਜਾਊਂਗਾ ਦਿੱਲੀ। ਹੁਣ ਤੁਸੀਂ ਸਾਰੇ ਇਹ ਵੀ ਸੋਚ ਰਹੇ ਹੋਵੋਗੇ ਵੀ ਚੰਡੀਗੜ੍ਹ ਤੇ ਦਿੱਲੀ ਕੀ ਕਰਨ ਜਾਣਾ। ਸੋਚ ਰਹੇ ਹੋ ਨਾ? ਸੋਚ ਰਹੇ ਹੋ ਨਾ? ਇਹ ਤੁਹਾਨੂੰ ਮੈਂ ਨਾਟਕ ਦੇ ਲਾਸਟ 'ਚ ਦੱਸੂਗਾ ਕਿ ਮੈਂ ਚੰਡੀਗੜ੍ਹ ਤੇ ਦਿੱਲੀ ਕੀ ਕਰਨ ਜਾਣਾ। ਹੁਣ ਤੁਸੀਂ ਇਹ ਵੀ ਸੋਚ ਰਹੇ ਹੋਵੋਗੇ ਕਿ ਮੈਂ ਇੱਥੇ ਕਰਨ ਕੀ ਆਇਆ। ਮੈਂ ਇੱਥੇ ਆਪਣਾ ਨਵਾਂ ਕੰਮ ਸ਼ੁਰੂ ਕਰਨ ਆਇਆ ਤੇ ਉਸੇ ਕੰਮ ਦੇ ਨਾਲ ਨਾਲ ਮੈਂ ਤੁਹਾਨੂੰ ਆਪਣੀ ਜ਼ਿੰਦਗੀ ਦੀ ਕਹਾਣੀ ਸੁਣਾਉਂਗਾ। ਹੋ ਸਕਦਾ ਮੇਰੀ ਜ਼ਿੰਦਗੀ ਦੀ ਉਹ ਕਹਾਣੀ ਕਿਤੇ ਨਾ ਕਿਤੇ ਜਾ ਕੇ ਤੁਹਾਡੀ ਜ਼ਿੰਦਗੀ 'ਚ ਅੱਗੇ ਕੰਮ ਆ ਜਾਏ। ਹੁਣ ਮੈਂ ਤੁਹਾਨੂੰ ਦੱਸਦਾ ਕਿ ਮੈਂ ਇੱਥੇ ਕਰਨ ਕੀ ਆਇਆ। ਮੈਂ ਇੱਥੇ ਲਾਉਣ ਲੱਗਾ ਰੇੜੀ। ਗੋਲ ਗੱਪਿਆਂ ਦੀ ਨਹੀਂ, ਆਹ ਗੋਲ ਗੱਪਿਆਂ ਦਾ ਨਾਂ ਸੁਣ ਕੇ ਕੁੜੀਆਂ ਦੇ ਮੂੰਹ 'ਚ ਪਾਣੀ ਆ ਗਿਆ। ਨਾ ਹੀ ਤਾਂ ਰੇੜੀ ਮੈਂ ਇੱਥੇ ਕਿਸੇ ਖਾਣ ਵਾਲੀ ਚੀਜ਼ ਦੀ ਲਾਉਣ ਲੱਗਿਆ, ਨਾ ਹੀ ਪੀਣ ਵਾਲੀ ਤੇ ਨਾ ਹੀ ਪਾਉਣ ਵਾਲੀ, ਬਲਕਿ ਮੈਂ ਤਾਂ ਇੱਥੇ ਰੇੜੀ ਲਾਉਣ ਲੱਗਿਆ ਆਪਣੀਆਂ ਡਿਗਰੀਆਂ ਦੀ, ਆਪਦੇ ਸਰਟੀਫਿਕੇਟਾਂ ਦੀ। ਓਏ ਨਹੀਂ ਲੋੜ ਯਾਰ ਇਹਨਾਂ ਸਰਟੀਫਿਕੇਟਾਂ ਦੀ, ਮੈਨੂੰ ਲੈ ਲਓ ਯਾਰ ਬਾਈ ਜਿੰਨੇ ਵੀ ਲੈਣੇ ਮੇਰੇ ਸਰਟੀਫਿਕੇਟ। ਹੁਣ ਤੁਸੀਂ ਸੋਚ ਰਹੇ ਹੋਗੇ ਵੀ ਕਿਵੇਂ ਕੋਈ ਬੰਦਾ ਆਪਣੇ ਸਰਟੀਫਿਕੇਟ ਵੇਚ ਸਕਦਾ, ਕਿਵੇਂ ਕੋਈ ਬੰਦਾ ਆਪਣੀ ਡਿਗਰੀਆਂ ਵੇਚ ਸਕਦਾ। ਹੁਣ ਸੱਚ ਜਾਣੋ ਦੋਸਤੋ, ਇਹ ਸਰਟੀਫਿਕੇਟਾਂ ਦੀ ਡਿਗਰੀਆਂ ਦੀ ਮੇਰੀ ਜ਼ਿੰਦਗੀ 'ਚ ਕੋਈ ਅਹਿਮੀਅਤ ਨਹੀਂ। ਇਹ ਗੱਲ ਮੈਨੂੰ ਤੇ ਸਮਝ ਆ ਗਈ ਸੀ, ਪਰ ਕਿਤੇ ਨਾ ਕਿਤੇ ਜਾ ਕੇ ਮੇਰੀ ਬੇਬੇ ਨੂੰ ਵੀ ਸਮਝ ਆ ਗਈ ਸੀ। ਹੁਣ ਤਾਈਓ ਤੱਕ ਦਿਨ ਬੇਬੇ ਨੇ ਸਾਰੇ ਸਰਟੀਫਿਕੇਟ ਇਕੱਠੇ ਕੀਤੇ ਤੇ ਚੁੱਲ੍ਹੇ 'ਚ ਫੁੱਕੀ ਜਾਵੇ। ਮੈਂ ਕਿਹਾ ਬੇਬੇ ਤੂੰ ਮੇਰੇ ਸਰਟੀਫਿਕੇਟ ਚੁੱਲ੍ਹੇ 'ਚ ਫੁੱਕੀ ਜਾਣੀ ਹੈ? ਹਾਂ। ਉਹ ਬੇਬੇ ਮੇਰੀ 25 ਸਾਲ ਦੀ, ਮੈਂ ਤਾਂ ਚੁੱਲ੍ਹੇ 'ਚ ਫੁੱਕੀ ਜਾਣੀ ਹੈ। ਹਾਂ। ਉਹ ਬੇਬੇ ਮੇਰੀ ਸਰਟੀਫਿਕੇਟ ਚੁੱਲ੍ਹੇ 'ਚ ਫੁੱਕੀ ਜਾਣੀ ਹੈ। ਹਾਂ। ਬੇਬੇ ਜਿਹੜਾ ਤੂੰ ਸਰਟੀਫਿਕੇਟ ਫੂਕ ਰਹੀ ਹੈ ਮੇਰੀ ਜ਼ਿੰਦਗੀ ਦੀ ਕਮਾਈ ਹੈ। ਮੇਰੀ ਬੇਬੇ ਨੇ ਮੇਰੇ ਵੱਲ ਉਦਾਸੀ ਭਰੀ ਅੱਖਾਂ ਨਾਲ ਵੇਖਿਆ ਤੇ ਮੈਨੂੰ ਕਿਹਾ, ਕਹਿੰਦੀ ਵੇ ਪੁੱਤ, ਓਏ ਮੈਂ ਤਾਂ ਸੋਚਿਆ ਸੀ ਆ ਡਿਗਰੀਆਂ ਤੇਰੀ ਸਾਰੀ ਉਮਰ ਦੀ ਰੋਟੀ ਪਕਾਣਗੀਆਂ, ਸਾਰੀ ਉਮਰ ਦੀ ਤਾਂ ਪੱਕੀ ਨਹੀਂ ਪੁੱਤ। ਮੈਂ ਸੋਚਿਆ ਕਿ ਟਾਈਮ ਦੀ ਪਕਾ। ਖੈਰ ਮਾਂ ਦੇ ਅੰਦਰਲੇ ਦਾਦੂ ਨੂੰ ਸਿਰਫ ਮੈਂ ਹੀ ਜਾਣ ਸਕਦਾ ਸੀ, ਪਰ ਮੇਰਾ ਬਾਪੂ ਇਹ ਤੋਂ ਵੀ ਖਤਰਨਾਕ ਬੰਦਾ। ਵੈਸੇ ਵੀ ਸਾਰਿਆਂ ਦੇ ਬਾਪੂ ਖਤਰਨਾਕ ਹੀ ਹੁੰਦੇ ਆ, ਪਰ
ਮੇਰੇ ਵਾਲਾ ਕੁਝ ਸਪੈਸ਼ਲ ਖਤਰਨਾਕ। ਇੱਕ ਦਿਨ ਹੋਇਆ ਕਿ ਉਹਨੇ ਖੋਲਿਆ ਟਰੰਕ, ਕੱਢਿਆ ਵਿੱਚੋਂ 8ਵੀਂ ਜਮਾਤ ਦਾ ਸਰਟੀਫਿਕੇਟ ਤੇ ਕੰਨ 'ਚ ਫੇਰੀ ਆ। ਭਾਈ ਕੰਨ ਚ ਹੁੰਦੀ ਆ ਖਰਕਲ, ਤੂੰ ਮੈਨੂੰ ਘੱਟ ਲੈਣ ਦੇ। ਭਾਈ ਸਾਲਵਾ ਵੀ ਟੱਪਿਆ, 17ਵਾਂ ਵੀ ਟੱਪਿਆ, 18ਵੇਂ ਚ ਬੇਟਾ ਮੌਤ ਹਟਾ। 18ਵੇਂ ਚ ਬਾਪੂ ਬਦਨਾਮ। ਬਾਪੂ ਆ ਕੀ ਕਰੀ ਜਾਂਦਾ ਯਾਰ? ਕਾਜੋ ਦੇਣਾ ਨਹੀਂ ਕੰਨ ਖੋਲਦਾ ਕਬੜਾ ਕਰ। ਉਹ ਬਾਪੂ ਜਿਹਦੇ ਨਾਲ ਕੰਨ ਫੁੱਟੀ ਜਾਂਦਾ, ਮੇਰੀ 8ਵੀਂ ਜਮਾਤ ਦਾ ਸਰਟੀਫਿਕੇਟ ਹੈ। ਤਾਂ ਫਿਰ ਮੈਂ ਕੀ ਕਰਾਂ? ਤੈਨੂੰ ਪਤਾ 8ਵੀਂ ਕਿੰਨੀ ਔਖੀ ਹੁੰਦੀ ਹੈ? ਮੈਨੂੰ ਕੀ ਪਤਾ? ਕਿਉਂ? ਮੈਂ ਕਿਹੜਾ ਕੀਤੀ? ਉਹ ਬਾਪੂ ਜੇ ਨਹੀਂ ਕੀਤੀ 8ਵੀਂ ਜਮਾਤ ਬੜੀ ਔਖੀ ਹੁੰਦੀ ਹੈ, ਤੈਨੂੰ ਕੀ ਪਤਾ? ਮੈਂ ਰਾਤ ਨੂੰ ਦੀਵੇ ਦੀ ਲੋਝ ਬਣਿਆ। ਮੂੰਹ ਤੇਰਾ ਮੋਮਬੱਤੀ ਵਗਦਾ। ਉਹ ਨਾਲੇ ਮੈਨੂੰ ਪਤਾ ਕਿੰਨੇ ਔਖੇ ਹੁੰਦੀ ਆ। ਆ ਪਿੱਛੇ ਜੇ ਸਰਕਾਰ ਨੇ ਤਾਂ ਆਰਡਰ ਦਿੱਤਾ ਸੀ ਵੀ 8ਵੀਂ ਤੱਕ ਕੋਈ ਬੱਚਾ ਫੇਲ ਹੀ ਨਹੀਂ ਕਰਦਾ। 8ਵੀਂ ਔਖੀ ਹੁੰਦੀ ਆ। ਤੇ ਨਾਲੇ ਹਾਂ ਆਪਣਾ ਨਾ ਗਵਾਂਢੀਆਂ ਦਾ ਮੁੰਡਾ ਟੀਟੂ ਕਦੇ ਮੋਟਰਸਾਈਕਲ ਤੇ ਟੱਕਦਾ ਐਟਮ, ਕਦੇ ਮੋਟਰਸਾਈਕਲ ਚੱਕਦਾ ਐਟਮ। ਫਿਰਦਾ ਮੈਂ ਤੇ ਉਹਦੇ ਹੱਥ 'ਚ ਕਦੇ ਕਿਤਾਬ ਨਹੀਂ ਦੇਖੀ। ਉਹ ਕਹਿੰਦਾ 8ਵੀਂ ਬਹੁਤ ਔਖੀ ਹੁੰਦੀ ਆ। ਬਾਪੂ ਬਹੁਤ ਔਖੀ ਹੁੰਦੀ ਹੈ 8ਵੀਂ। ਆ ਤਾਂ ਬਾਟੀ ਸਕਟ ਬੜਾ ਕਰ ਨੂੰ। ਉਹ ਬਾਪੂ ਫਾਟੀ ਸਕੇਟ ਨਹੀਂ ਨਾ, ਸਰਟੀਫਿਕੇਟ ਹੁੰਦਾ। ਇਹ ਫਾਟੀ ਸਕਟ ਆ। ਨਹੀਂ ਯਾਰ ਮੈਂ ਨਹੀਂ ਦੇਣਾ। ਆ ਤੂੰ ਵੀ ਤੈਨੂੰ ਫੜਾ। ਮੈਂ ਨਹੀਂ ਦੇਣਾ ਬਾਪੂ। ਆ ਫੜਾ। ਨਹੀਂ ਦੇਣਾ। ਫੜਾ। ਨਹੀਂ ਦੇਣਾ। 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 ਮੰਦਿਰੋਂ ਜਾ ਕੇ 12ਵੀਂ ਵਾਲਾ ਚੱਕ ਕੇ ਲਿਆਓ। 8ਵੀਂ ਤੱਕ ਬੱਚਿਆਂ ਨੂੰ ਫੈਲ ਨਾ ਕਰਨਾ। ਹੁਣ ਮੈਂ ਕੀ ਸਮਝਾਉਂਦਾ ਬਾਪੂ ਨੂੰ ਵੀ, ਇਸ ਕਾਨੂੰਨ ਨੇ ਸਾਰੇ ਬੱਚਿਆਂ ਦਾ ਬੇੜਾ ਗਰਕ ਕਰਕੇ ਰੱਖ। ਹੁਣ ਤੁਸੀਂ ਇਹ ਗੱਲ ਦੱਸੋ, ਜਿਹੜਾ ਬੱਚਾ 8ਵੀਂ ਤੱਕ ਨਾ ਪੜਿਆ ਉਹ ਅੱਗੇ ਜਾ ਕੇ ਕੀ ਰੰਗ ਲਾਊਗਾ? ਜਿਹੜੀ ਦੀਵਾਰ ਦੀ ਆਪਾਂ ਨੀਂਹ ਇਹ ਕੱਚੀ ਰੱਖ ਦਾਂਗੇ, ਉਹ ਦੀਵਾਰ ਅੱਗੇ ਖੜ ਜੂਗੀ? ਨਹੀਂ ਖੜ ਸਕਦੀ ਨਾ। ਪਰ ਇੱਕ ਗੱਲ ਦੱਸਾਂ ਦੋਸਤੋ, ਸਾਡੇ ਵਾਰੀ 8ਵੀਂ ਇੰਜ ਨਹੀਂ ਹੁੰਦੀ ਸੀ। ਸਾਡੇ ਵਾਰੀ 8ਵੀਂ ਹੁੰਦੀ ਸੀ ਬੋਰਡ ਦੀ, ਤੇ ਦਿਨ ਰਾਤ ਜਾ ਕੇ ਮਿਹਨਤ ਕਰਨੀ ਪੈਂਦੀ ਸੀ, ਫੇਰ ਕਿਤੇ ਜਾ ਕੇ ਸਵੇਰੇ ਪੇਪਰ ਦਿੰਦੇ ਸੀ। ਸਾਡੇ ਵਾਰੀ ਇੱਕ ਅਧਿਆਪਕ ਦਾ ਰੁਤਬਾ ਬਹੁਤ ਮਹਾਨ ਹੁੰਦਾ ਸੀ। ਜੇ ਕਿਤੇ ਸਕੂਲ ਦਾ ਕੰਮ ਨਾ ਕਰਕੇ ਜਾਣਾ, ਅਧਿਆਪਕ ਨੇ ਢਾਲ ਲੈਣਾ ਬੱਕਰੇ ਵਾਂਗ। ਇੱਕ ਦਿਨ ਹੋਇਆ ਕਿ ਮੈਂ ਸਕੂਲ ਦਾ ਕੰਮ ਨਾ ਕਰਕੇ ਗਿਆ, ਤੇ ਤੂੰ ਕਰੀ ਜਾਵਾਂ ਮੈਂ ਸ਼ਰਾਰਤਾਂ ਵੀ ਕਿਹੋ ਜਿਹੀਆਂ ਵੀ ਸਾਡੇ ਸਕੂਲ 'ਚ ਲੱਗਿਆ ਭਰਿੰਡਾ ਵਾਲਾ ਛੱਤਾ, ਮੈਂ ਚੱਕਿਆ ਪੱਥਰ ਤੇ ਮਾਰਤਾ। ਇੰਨੇ ਸਕੂਲ 'ਚ ਬੱਚੇ ਨਹੀਂ ਜਿੰਨੀਆਂ ਭਰਿੰਡਾ ਹੋ ਗਈਆਂ। ਮੈਂ ਅੱਗੋਂ ਸ਼ਰਾਰਤਾਂ ਕਰੀਆਂ, ਮੈਂ ਪਿੱਛੋਂ ਆ ਕੇ ਮਾਸਟਰ ਜੀ ਮੈਨੂੰ ਲੱਗਾ ਮੇਰਾ ਦੋਸਤ ਆਇਆ ਭੋਲਾ, ਮੈਂ ਅੱਗੋਂ ਸ਼ਰਾਰਤਾਂ ਕਰੀਆਂ। ਨਹੀਂ ਆਏ ਹਾਏ ਆ ਵੱਡੀ ਭਰਿੰਡ ਬਣੀ ਫਿਰਦੀ ਆ, ਲੜ ਲੈ ਆ ਜਾ ਲੜ ਲੈ। ਨਹੀਂ ਆਏ ਉਹ ਭੋਲੇ ਡਾਂਗ ਲੈ ਗਿਆ ਓਏ, ਆ ਜਾ ਲੜ ਲੈ ਭੋਲੇ। ਓਏ ਭੋਲੇ, ਉਹ ਤੇਰੀ ਦਾੜੀ ਆ ਗਈ ਓਏ। ਉਹ ਬਾਜੀ ਮੈਂ ਕੁਝ ਨਹੀਂ ਕੀਤਾ ਜੀ। ਕੁਝ ਨਹੀਂ ਕੀਤਾ ਫਿਰ ਡਰਦਾ ਕਿਉਂ ਆ? ਮੈਂ ਤਾਂ ਇਹ ਭਰਿੰਡਾ ਠਾਲਦਾ ਸੀ ਜੀ, ਗਿਣਤੀ ਕਰਦਾ ਸੀ। ਡਰਦਾ ਖਾਂਦਾ ਸੀ, ਗਿਣਤੀ ਕਰਦਾ ਸੀ। ਹਾਂਜੀ। ਫਿਰ ਤਾਂ ਪਹਾੜੇ ਵੀ ਯਾਦ ਹੋ ਗਏ ਹੋਣੇ। ਹਾਂਜੀ ਸੁਣਾ। ਸੁਣਾਵਾ ਜੀ। ਹਾਂ। 1 ਦੂਣੀ ਦੂਣੀ, ਹਾਂ। 2 ਦੂਣੀ 5। 2 ਦੂਣੀ 5 ਕਦੋਂ ਤੋਂ ਹੋਣ ਲੱਗੇ? ਕਦੋਂ ਤੋਂ ਹੋਣ ਲੱਗੇ 2 ਦੂਣੀ 5? ਬਸ ਅੱਜ ਹੋ ਗਏ ਜੀ। ਸ਼ਰਾਰਤੀ ਬੜਾ ਹੋ ਗਿਆ। ਤੂੰ ਪੜਦਾ ਨਹੀਂ ਓਏ? ਪੜਦਾ ਜੀ ਮਾਸਟਰ ਜੀ। ਪੜ੍ਹਦਾ? ਹਾਂਜੀ ਬਹੁਤ ਸਿਆਣਾ। ਹਾਂਜੀ ਵੱਡਿਆਂ ਦਾ ਸਤਿਕਾਰ ਕਰਦਾ, ਹਾਂਜੀ ਟੀਚਰਾਂ ਦਾ ਸਤਿਕਾਰ ਕਰਦਾ, ਹਾਂਜੀ ਛੋਟਿਆਂ ਨੂੰ ਪਿਆਰ ਕਰਦਾ, ਹਾਂਜੀ ਰੋਜ਼ ਸਕੂਲ ਆਉਂਦਾ, ਹਾਂਜੀ ਵਰਦੀ ਪਾ ਕੇ ਆਉਂਦਾ, ਹਾਂਜੀ ਹੋਮਵਰਕ ਕਰਦਾ। ਹਾਂ। ਅੱਜ ਵੀ ਕਰਕੇ ਆਇਆ। ਹੁਣ ਜੀ ਕਾਪੀ ਘਰੇ ਰਹਿ ਗਈ ਜੀ। ਮੇਰੇ ਪੁੱਤ ਦੀ ਕਾਪੀ ਘਰੇ ਰਹਿ ਗਈ। ਤੂੰ ਕਿਉਂ ਨਹੀਂ ਘਰੇ ਰਹਿ ਗਿਆ? ਠੀਕ ਹੈ ਮਾਸਟਰ ਜੀ, ਚਲੇ ਜਾਂਦੇ ਜੀ। ਓਏ, ਇੱਧਰ ਆ। ਮਾਸਟਰ ਤੁਸੀਂ ਤਾਂ ਕਹੇ ਜੀ ਘਰੇ ਜਾਓ ਜੀ। ਘਰੇ ਜਾਓ। ਮੈਂ ਤਾਂ ਇਹ ਵੀ ਕਹਿਣਾ ਵੀ ਪੜ੍ਹ ਲਓ। ਉਦੋਂ ਕਿੱਥੇ ਜਾਂਦੇ ਤੁਹਾਡੇ ਫਰਜ਼ ਹੋਏ?
ਇੱਕ ਅੱਧੀ ਗੱਲ ਰਹਿ ਵੀ ਜਾਂਦੀ ਹੈ ਜੀ। ਆਦਰ ਕਰ ਆਦਰ ਕਰ ਚੰਨ दिन पर दिन बिगड़ता जा रहा तेरिया बड़ी शिकायत आ रही तू एक काम कर आपे प्यो ਨੂੰ ਘਰੇ ਇੱਥੇ ਲੈ ਕੇ ਸਕੂਲ ਦੇ ਵਿੱਚ ਲੈ ਕੇ ਆ ਸਵੇਰੇ ਨਹੀਂ ਜੀ ਪਾਪਾ ਕੁੱਟੂਗਾ ਮੇਰਾ ਪੁੱਤ ਨੂੰ ਪਾਪਾ ਕੁੱਟੂਗਾ ਹਾਂਜੀ ਮੈਂ ਕਿਹੜਾ ਛੱਡ ਸੁਣਨਾ ਮੇਰੀ ਕੰਨ ਖੋਲ ਕੇ ਜੇ ਤੇਰਾ ਪਿਓ ਇੱਥੇ ਸਕੂਲ ਦੇ ਵਿੱਚ ਨਾ ਆਇਆ ਨਾ ਹਿਸਾਬ ਲਾ ਲਈ ਫਿਰ ਪਿਓ ਨੂੰ ਸਕੂਲ ਦੇ ਵਿੱਚ ਲੈ ਬਿਨਾ ਪੜਨਾ ਜਾਈ ਨਹੀਂ ਨਾ ਕੱਢ ਦੂ ਤੇਰਾ ਮੈਂ ਮਾਸਟਰ ਜੀ ਕੀ ਕਹਿ ਗਏ ਵੀ ਬਾਪੂ ਨੂੰ ਸੱਦ ਕੇ ਲਿਆ ਪਰ ਸਾਡੇ ਵਾਰੀ ਬਾਪੂ ਨੂੰ ਸੱਦ ਕੇ ਲਿਆਉਣ ਦਾ ਮਤਲਬ ਹੁੰਦਾ ਸੀ ਜਮੇ ਲੈ ਦੇਣ ਨੂੰ ਬੁਲਾ ਕੇ ਲੈ ਕੇ ਆਣਾ ਮੈਂ ਰੋਂਦਾ ਰੋਂਦਾ ਚਲਾ ਗਿਆ ਓ ਪਾਪਾ ਆ ਕੀ ਪਾਇਆ ਛਾਪਾ ਪਾਪਾ ਮਾਸਟਰ ਜੀ ਮਾਸਟਰ ਜੀ ਮਾਸਟਰ ਜੀ ਮਾਸਟਰ ਜੀ ਮਰੇ ਨਹੀਂ ਉਹਨੇ ਤੁਹਾਨੂੰ ਸਕੂਲੇ ਬੁਲਾਇਆ ਹਾਂਜੀ ਉਹਨੇ ਕਿਉਂ ਬੁਲਾਇਆ ਉਹਨੇ ਹੀ ਉਹੀ ਬੁਲਾਇਆ ਕੋਈ ਤਾਂ ਨਹੀਂ ਮਾਸਟਰ ਬੁਲਾਉਂਦਾ ਬਾਕਾ ਕੋਈ ਨਾ ਕੋਈ ਸਲਾਹ ਨਹੀਂ ਬਾਪੂ ਮੈਂ ਤੇ ਸ਼ਰਾਰਤ ਕਰਦਾ ਨਹੀਂ ਕੋਈ ਸ਼ਰਾਰਤ ਨਹੀਂ ਕੀਤੀ ਮਾਸਟਰ ਜੀ ਨਹੀਂ ਕਰੀ ਨਹੀਂ ਜੀ ਪੱਕਾ ਨਹੀਂ ਬਾਪੂ ਕੋਈ ਨਹੀਂ ਫਿਰ ਕੀਤੀ ਕਿਉਂ ਬੁਲਾਉਂਦਾ ਉਹਨੇ ਜੀ ਬਸ ਕੰਮ ਨਹੀਂ ਕੀਤਾ ਸੀਗਾ ਸਕੂਲ ਦਾ ਕੰਮ ਨਹੀਂ ਕੀਤਾ ਮੇਰੇ ਜਾਣੇ ਪੁੱਤ ਨੇ ਫਿਰ ਕੀ ਹੋ ਗਿਆ ਹੁਣ ਜੇ ਬੱਚੇ ਵਿਗੜ ਗਏ ਬੱਚੇ ਕੰਮ ਨਹੀਂ ਕਰਦੇ ਸਕੂਲ ਦੇ ਵਿੱਚ ਨਹੀਂ ਜਾਂਦੇ ਫਿਰ ਵੱਡਾਂ ਦਾ ਵੀ ਤਾਂ ਕੋਈ ਫਰਜ਼ ਹੁੰਦਾ ਨਾ ਹਨਾ ਹਾਂਜੀ ਬਾਪੂ ਜੀ ਉਹਨਾਂ ਦੀ ਢੋੜੀ ਲੈ ਜਾ ਜਿਹੜੇ ਮਾਸਟਰ ਹੁੰਦੇ ਨਾ ਮਾਸਟਰ ਬਹੁਤ ਸਿਆਣੇ ਹੁੰਦੇ ਆ ਇਹ ਜਵਾਕਾਂ ਨੂੰ ਤਾਂ ਘੂਰਦੇ ਆ ਬਈ ਬੱਚੇ ਪੜ ਜਾਣ ਤੇ ਗੱਲ ਸੁਣ ਲੈ ਮਾਸਟਰ ਨੇ ਮੈਨੂੰ ਚਾਈ ਨਹੀਂ ਬੁਲਾਇਆ ਹੋਣਾ ਉਹਨੇ ਮੇਰੀ ਬੇਇੱਜ਼ਤੀ ਕਰਨੀ ਮੈਂ ਬੇਇੱਜ਼ਤੀ ਸਹਿ ਨਹੀਂ ਸਕਦਾ ਮੈਂ ਤਾਂ ਪਹਿਲੇ ਦਿਨ ਕਹਿਆ ਸੀ ਮਾਸਟਰ ਨੂੰ ਬਈ ਇਹਨੂੰ ਕੁੱਟੋ ਚਾਹੇ ਮਾਰੋ ਇਹਨੂੰ ਬੰਦੇ ਦਾ ਪੁੱਤ ਬਣਾ ਦੇ ਮੈਂ ਬੰਦੇ ਦਾ ਕਿਵੇਂ ਬਣਾ ਮੈਂ ਤਾਂ ਤੇਰਾ ਓਏ ਮੈਂ ਬੰਦਾ ਨਹੀਂ ਉਹਦਾ ਚਾਚਾ ਕਹਿੰਦਾ ਸੀ ਤੇਰਾ ਪਾਪਾ ਵੀ ਕੋਈ ਬੰਦਾ ਆ ਇਹ ਗੱਲ ਸੁਣ ਲੈ ਤੂੰ ਜਾ ਕੇ ਮਾਸਟਰ ਦੇ ਪੈਰੀ ਪੈ ਭਾਵੇਂ ਜੋ ਮਰਜ਼ੀ ਕਰ ਮੈਂ ਸਕੂਲ ਦੇ ਵਿੱਚ ਨਹੀਂ ਆਣਾ ਹਾਂ ਮੈਂ ਆਪਦੀ ਬੇਇੱਜ਼ਤੀ ਥੋੜੀ ਨਾ ਕਰਾਂਗਾ ਯਾਰ ਦੇਖਿਆ ਦੋਸਤੋ ਸਾਡੇ ਵਾਰੀ ਇੰਜ ਹੁੰਦਾ ਸੀ ਜੇ ਸਕੂਲ 'ਚ ਸ਼ਰਾਰਤ ਕੀਤੀ ਤਾਂ ਮਾਸਟਰ ਕੁੱਟਦਾ ਸੀ ਜੇ ਸ਼ਿਕਾਇਤ ਲੈ ਕੇ ਘਰੇ ਗਏ ਤਾਂ ਅੱਗੇ ਬਾਪੂ ਵੀ ਕਹਿ ਦਿੰਦਾ ਸੀ ਤੇਰੀ ਇਹ ਗਲਤੀ ਹੋਣੀ ਵੀ ਜਿਹੜੀ ਤੂੰ ਕੋਈ ਇਦਾਂ ਤੈਨੂੰ ਮਾਸਟਰ ਨੇ ਬੁਲਾਇਆ ਪਰ ਅੱਜ ਕੱਲ ਇੰਜ ਨਹੀਂ ਹੁੰਦਾ ਦੋਸਤੋ ਜਮਾ ਵੀ ਅੱਜ ਕੱਲ ਮਾਹੌਲ ਚੇਂਜ ਹੋ ਗਿਆ ਅੱਜ ਕੱਲ ਜੇਕਰ ਮਾਸਟਰ ਜਾਂ ਅਧਿਆਪਕ ਬੱਚੇ ਨੂੰ ਘੂਰਦੇ ਸਾਡੇ ਵਾਲੀ ਤਾਂ ਬਾਪੂ ਵੀ ਨਹੀਂ ਆਉਂਦਾ ਸੀ ਅੱਜ ਕੱਲ ਬਾਪੂ ਤਾਂ ਆਉਂਦਾ ਹੀ ਹੈ ਪਰ ਨਾਲ ਬੇਬੇ ਵੀ ਤੁਰੀ हेलो 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 बोतल है हेलो बाबे बोल रहा है बिल्लू होरी मैं गिरिया बाबे मैं फैक्ट्री में नहीं आने का अज और चक्कर पता क्या हो गया मारे ना छोकरे नू ना मास्टर ने घूर जा मास्टर बढ़ देने मैं देखी पांदे पा देने मास्टर के खंभ जे खिलार देने बाबे ठीक है मेरी छुट्टी ला दी ठीक है बाबे चंगा मास्टर ने मारे छोकरे नू कुत्ता किस तरह दिया मास्टर बचना एक तो पता नहीं चलता मेरी घर वाली शीला पता नहीं ए शीला देख सुर्खी मिट्टी बारमा ला लिए भी लवा प्यारी दी नजारे आ गए अपने ना छोकरे नू चिंटू नू मट ने घूर दिया मेरे चिट्टे को मास्टर ने घूर दिया सुना अपा ना जाके ना मास्टर नू पढ़ना
एक काम सुन ਉੱਥੇ ਜਾ ਕੇ ਕੁਝ ਬੋਲੀ ਨਾ ਮੈਂ ਗੱਲ ਕਰਾਂਗਾ ਮੈਂ ਨਾ ਤੇਰਾ ਘਰ ਵਾਲਾ ਯੂ نو ਅੰਦਰ ਜੋ ਮਰਜ਼ੀ ਹੋਵੇ ਬਾਹਰ ਦੇਖ ਹਾਂਜੀ ਤੁਸੀਂ ਕੌਣ ਮੈਂ ਸਕੂਲ ਦਾ ਅਧਿਆਪਕ ਹਾਂ। ਅੱਛਾ ਅਧਿਆਪਕ ਬੋਲਣਾ ਨਹੀਂ ਠੀਕ ਹੈ ਉਹ ਐ ਵਧੀਆ ਪਿਆਰੀ ਘਰ ਵਾਲੀ ਬਣ ਕੇ ਰਹਿਣਾ ਹੈ ਠੀਕ ਹੈ ਮੈਂ ਗੱਲ ਕਰਾਂਗਾ ਤੁਸੀਂ ਸਾਡੇ ਮੁੰਡੇ ਨੂੰ ਕਿਉਂ ਮਾਰਿਆ ਓਏ ਭਾਈ ਸਾਹਿਬ ਮੇਰੀ ਗੱਲ ਤੇ ਸੁਣੋ ਇਹ ਤੁਸੀਂ ਬਾਤ ਮਾਰਿਆ ਕਿਦਾਂ ਜੇ ਮੇਰਾ ਮੁੰਡਾ ਕੁਝ ਖਾ ਕੇ ਮਰ ਜਾਂਦਾ ਫੇਰ ਤੁਸੀਂ ਬਾਤ ਮਾਰਿਆ ਕਿਦਾਂ ਜੇ ਮੇਰਾ ਮੁੰਡਾ ਨਹਿਰ ਦੇ ਵਿੱਚ ਖਾ ਕੇ ਮਰ ਜਾਂਦਾ ਤੁਸੀਂ ਬਾਤ ਮਾਰਿਆ ਕਿਦਾਂ ਮੇਰੇ ਚਿੱਟੂ ਨੂੰ ਕੁੱਟਿਆ ਬਹੁਤ ਮਾੜਾ ਕੀਤਾ ਮੇਰੀ ਹੱਥ ਲਵਾ ਲੈ ਭੈਣ ਬਣ ਕੇ ਭਾਈ ਸਾਹਿਬ ਇੱਕ ਮਿੰਟ, ਹਾਂਜੀ ਇਹ ਤੁਹਾਡੀ ਘਰ ਵਾਲੀ ਹੈ ਕੋਸ ਮੇਰੀ ਪਰਸਨਲ ਹੈ ਇਹ ਤੁਸੀਂ ਬਹੁਤ ਮਨਾ ਕੀਤਾ ਹਾਂ ਯਾਰ ਕਮਾਲ ਕਰੀ ਜਾਂਦੇ ਹੋ ਇੱਕ ਸਕੂਲ ਚ ਆ ਕੇ ਅਧਿਆਪਕ ਨਾਲ ਕਿਵੇਂ ਗੱਲ ਕਰੀਦੀ ਹੈ ਇਸ ਗੱਲ ਦੀ ਤੁਹਾਨੂੰ ਦੋਨੋਂ ਸੈਂਸ ਹੋਣੀ ਚਾਹੀਦੀ ਹੈ ਨਾ ਸੈਂਸਰ ਹੋਣਾ ਸੀ ਸੈਂਸਰ ਬੋਰਡ ਤੋਂ ਪਾਸ ਕਰਾ ਲਿਆ ਪਹਿਲੀ ਗੱਲ ਤਾਂ ਇਹ ਹੈ ਭਾਜੀ ਅਸੀਂ ਤੁਹਾਡੇ ਬੱਚੇ ਨੂੰ ਕੁੱਟਿਆ ਨਹੀਂ ਸਿਰਫ ਪੂਰਿਆ ਇਸ ਕਰਕੇ ਕਿਉਂਕਿ ਤੁਹਾਡਾ ਬੱਚਾ ਪੜ੍ਹਦਾ ਨਹੀਂ ਅਸੀਂ ਪੜਾਉਣਾ ਨਹੀਂ ਅਸੀਂ ਪੜਾਉਣਾ ਹੀ ਨਹੀਂ ਅਸੀਂ ਨਾ ਉਹਨੂੰ 10ਵੀਂ ਪਾਸ ਕਰਾ ਕੇ ਆਈਲੈਟਸ ਪਾਸ ਕਰਾ ਕੇ ਨਾ ਬਾਹਰ ਭੇਜਣਾ ਕੈਨੇਡਾ ਇਹ ਛੀ ਮਾੜੀ ਚੀਜ਼ਾਂ ਲੈ ਲਿਆ ਉਹ ਭਾਈ ਸਾਹਿਬ ਜੇ ਤੁਹਾਡਾ ਬੱਚਾ ਪੜ੍ਹਿਆ ਹੀ ਨਹੀਂ ਤੇ ਫਿਰ ਜਹਾਜ਼ ਕਿਵੇਂ ਚੜੂਗਾ 에어ਪੋਰਟ ਤੋਂ ਕਮਾਲ ਹੈ ਬੱਸ ਸਟੈਂਡ ਤੋਂ ਜਹਾਜ਼ ਜਾਂਦੇ ਦੇਖਿਆ ਮੇਰੇ ਤਾਂ ਕੋਈ ਲਗਾਈ ਨਹੀਂ 에어ਪੋਰਟ ਹਾਂ ਬਾਤ ਸੀ ਪਰਚੀ ਮੇਰੀ ਗੱਲ ਸੁਣੋ ਤੁਸੀਂ ਸਾਡੇ ਮੁੰਡੇ ਨੂੰ ਕੁੱਟਿਆ ਕਿਵੇਂ ਭਾਈ ਗੱਲ ਜੀ ਪਹਿਲੀ ਗੱਲ ਤਾਂ ਇਹ ਹੈ ਅਸੀਂ ਤੁਹਾਡੇ ਬੱਚੇ ਨੂੰ ਕੁੱਟਿਆ ਨਹੀਂ ਸਿਰਫ ਪੂਰਿਆ ਇਸ ਕਰਕੇ ਕਿਉਂਕਿ ਉਹ ਪੜ੍ਹਦਾ ਨਹੀਂ ਦੂਜੀ ਗੱਲ ਇਹ ਤੁਹਾਡਾ ਬੱਚਾ ਇੰਨਾ ਜ਼ਿਆਦਾ ਸ਼ਰਾਰਤੀ ਹੈ ਸਕੂਲ ਚ ਆ ਕੇ ਪੱਖਿਆਂ ਦੇ ਪਰ ਮੋੜ ਦਿੰਦਾ ਹੈ, ਬਿਜਲੀ ਬੋਰਡ ਦੀ ਸਾਰੇ ਤਾਰਾਂ ਭੰਨ ਦਿੰਦਾ ਹੈ ਤੇ ਦੂਜੀ ਗੱਲ ਇਹ ਹੈ ਉਹ ਸਕੂਲ ਚ ਆ ਕੇ ਹੋਰ ਤੇ ਹੋਰ ਗਾਲਾਂ ਨਹੀਂ ਕੱਢਦਾ ਲੈ ਉਹ ਕੀ ਅੱਜ ਦਾ ਗਾਲਾਂ ਕੱਢਦਾ ਉਹ ਤਾਂ ਦੇ ਪਿਓ ਨੂੰ ਵੀ ਕੱਢਦਾ ਗੱਲ ਸੁਣੋ ਸਾਡਾ ਮੁੰਡਾ ਪੜੇ ਜਾਂ ਨਾ ਪੜੇ ਕੁਝ ਵੀ ਕਰੇ ਸਾਨੂੰ ਇਸੇ ਬਾਤ ਨਾਲ ਦਿੱਕਤ ਨਹੀਂ ਹੋਣੀ ਚਾਹੀਦੀ ਸਾਨੂੰ ਇੱਕ ਕੰਮ ਕਰੋ ਮਾਰੇ ਮੁੰਡੇ ਕੰਨੀ ਥਾਂ ਦੇਖਣਾ ਵੀ ਨਹੀਂ ਜੇ ਦੇਖੇ ਨਾ ਮੈਂ ਦੋਸਤ ਮਾਰੂ ਕਰੂ ਹਾਂ ਤੈਨੂੰ ਪਤਾ ਨਹੀਂ ਮੇਰੀ ਪਹੁੰਚ ਕਿੱਥੇ ਤੱਕ ਹੈ ਕਿੱਥੇ ਤੱਕ ਹੈ ਦੱਸ ਇੱਥੇ ਤੱਕ ਹਾਂ ਆ ਬੰਨੇ ਭਾਈ ਜੀ ਹੱਥ ਸਾਹਿਬ ਬੰਨੇ ਤੁਹਾਡੇ ਸਾਹਮਣੇ ਮੈਡਮ ਜੀ ਤੁਸੀਂ ਜਾਓ ਮੈਡਮ ਜੀ ਕਿਹਾ ਮੈਨੂੰ ਮੈਡਮ ਜੀ ਨਹੀਂ ਮੈਂ ਦਿੱਤੀ ਜੀ ਹਾਂ ਚਲੋ ਤੁਸੀਂ ਜੋ ਵੀ ਹੈ ਤੁਹਾਡੇ ਸਾਹਮਣੇ ਹੱਥ ਬੰਨੇ ਜਿਵੇਂ ਤੁਸੀਂ ਕਹੋਗੇ ਅਸੀਂ ਤੁਹਾਡੇ ਬੱਚੇ ਨੂੰ ਉਦਾਂ ਹੀ ਪੜ੍ਹਾ ਲਾਂਗੇ ਤੁਸੀਂ ਬਸ ਜਾਓ ਹਾਂ ਠੀਕ ਆ ਡਰ ਗਿਆ ਦੋਸਤੋ ਸੋ ਇਹ ਸੀ ਅੱਜ ਕੱਲ ਦਾ ਹਾਲ ਪਰ ਇੱਕ ਗੱਲ ਦੱਸਾਂ ਜਿਹੜੇ ਮਾਂ ਪਿਓ ਨੇ ਆਪਣੇ ਬੱਚੇ ਨੂੰ ਜਾਂ ਚਿੰਟੂ ਨੂੰ ਅਧਿਆਪਕਾਂ ਦੀ ਕੁੱਟ ਤੋਂ ਬਚਾਇਆ ਨਾ ਅੱਜ ਉਹੀ ਚਿੰਟੂ ਸ਼ਰਾਬਾਂ ਪੀ ਕੇ ਸਮੈਕਾਂ ਪੀ ਕੇ ਆਪਣੇ ਮਾਂ ਪਿਓ ਨੂੰ ਕੁੱਟਦਾ ਹੈ ਕਿਉਂਕਿ ਬਹੁਤਾ ਲਾਡ ਪਿਆਰ ਵੀ ਬੱਚਿਆਂ ਨੂੰ ਵਿਗਾੜ ਦਿੰਦਾ ਹੈ ਖੈਰ 8ਵੀਂ ਤੋਂ ਬਾਅਦ ਹੁੰਦੀ ਹੈ 9ਵੀਂ ਤੋਂ ਬਾਅਦ ਹੁੰਦੀ ਹੈ 10ਵੀਂ ਜਦੋਂ ਮੈਂ 10ਵੀਂ ਜਮਾਤ ਵਿੱਚ ਪੜ੍ਹਦਾ ਸੀ ਇੱਕ ਦਿਨ ਮੈਂ ਅੱਧੀ ਛੁੱਟੀ ਸਾਰੀ ਕਰਕੇ ਆਪਣੇ ਬਾਪੂ ਜੀ ਨੂੰ ਮਿਲਣ ਖੇਤਾਂ 'ਚ ਚਲਾ ਗਿਆ ਮੈਂ ਜਾ ਕੇ ਬਾਪੂ ਨੂੰ ਕਿਹਾ ਬਾਪੂ ਮੈਂ ਨਾ ਤੁਹਾਡੇ ਨਾਲ ਨਾ ਟਰੈਕਟਰ ਵਾਲੀ ਸੀਟ ਤੇ ਬਹਿਣਾ ਤਾਂ ਮੇਰਾ ਬਾਪੂ ਕਹਿੰਦਾ ਓਏ ਕਹਿੰਦਾ ਜੇ ਅੱਜ ਤੂੰ ਟਰੈਕਟਰ ਵਾਲੀ ਸੀਟ ਤੇ ਬਹਿ ਗਿਆ ਨਾ ਤਾਂ ਕੱਲ ਨੂੰ ਉੱਥੇ ਅਫਸਰ ਵਾਲੀ ਸੀਟ ਤੇ ਕੋਈ ਹੋਰ ਆ ਕੇ ਬਹਿ ਜਾਊਗਾ ਓਏ ਤੂੰ ਪੜ੍ਹਨਾ ਓਏ ਤੂੰ ਮਨ ਲਾ ਕੇ ਪੜ੍ਹਨਾ ਦਿਨ ਰਾਤ ਇੱਕ ਕਰਕੇ ਪੜ੍ਹਨਾ ਉਹ ਨਾਲੇ ਕੀ ਬਚਦਾ ਖੇਤੀ 'ਚ ਕੋਈ ਤਾਂ ਕਿੱਲੇ ਆਪਣੇ ਕੋਲ ਮਾਂ ਤੇਰੀ ਬਿਮਾਰ ਰਹਿੰਦੀ ਹੈ ਭੈਣ ਤੇਰੀ ਦਾ ਵਿਆਹ ਕਰਨਾ ਹੈ ਤੂੰ ਪੜ੍ਹ ਲਿਖ ਕੇ ਅਫਸਰ ਬਣਨਾ ਤਾਂ ਕਿ ਮੈਂ ਵੀ ਕਹਿਣ ਜੋਗਾ ਹੋਵਾਂ ਕਿ ਉਹ ਜਾਂਦਾ ਹੈ ਮੇਰਾ ਅਫਸਰ ਪੁੱਤ ਉਸ ਦਿਨ ਤੋਂ ਉਹ ਗੱਲ ਬਾਪੂ ਦੀ ਮੇਰੇ ਮਨ ਤੇ ਇੰਨੀ ਕਰ ਗਈ ਮੈਂ ਦਿਨ ਰਾਤ ਇੱਕ ਕਰਤੀ ਇੰਨਾ ਜ਼ਿਆਦਾ ਪੜਿਆ ਕਿ ਆਪਣੇ ਪਿੰਡ ਵਾਲੇ ਸਕੂਲ ਚੋਂ 10ਵੀਂ ਜਮਾਤ ਵਿੱਚੋਂ ਪਹਿਲੇ ਨੰਬਰ ਤੇ ਆਇਆ ਜਿਨੇ ਖੁਸ਼ ਮੇਰੇ ਮਾਂ ਪਿਓ ਸੀ ਉਸ ਤੋਂ ਕਿਤੇ ਜ਼ਿਆਦਾ ਖੁਸ਼ ਮੇਰੇ ਸਕੂਲ ਦੇ ਅਧਿਆਪਕ ਸੀ ਉਹਨਾਂ ਨੇ ਖੁਸ਼ ਹੋ ਕੇ ਮੈਨੂੰ
ਅਧਿਆਪਕਾਂ ਨੇ ਖੁਸ਼ ਹੋ ਕੇ ਮੈਨੂੰ ਇੱਕ ਸ਼ਰਟ ਗਿਫਟ ਕੀਤੀ ਜਿਹੜੀ ਮੇਰੇ ਖੁੱਲੀ ਨਿਕਲੀ। ਉਹ ਖੁੱਲੀ ਸ਼ਰਟ ਦਾ ਕਾਰਨ ਪੁੱਛਣ ਲਈ ਮੈਂ ਆਪਦੇ ਮਾਸਟਰ ਜੀ ਦੇ ਕੋਲ ਉਹਨਾਂ ਦੇ ਘਰ ਚਲਾ ਗਿਆ। ਸਤਿ ਸ਼੍ਰੀ ਅਕਾਲ ਜੀ ਮਾਸਟਰ ਜੀ। ਸਰਵਣ ਪੁੱਤਰਾ ਕਿਵੇਂ ਆ? ਮਾਸਟਰ ਜੀ ਵਧੀਆ ਜੀ। ਪਰ ਮਾਸਟਰ ਜਿਹੜੀ ਤੁਸੀਂ ਮੈਨੂੰ ਸ਼ਰਟ ਦਿੱਤੀ ਹੈ ਜੀ, ਇਹ ਤਾਂ ਮੇਰੇ ਖੁੱਲੀ ਮੋਹਤ ਹੈ ਜੀ, ਮੇਰੇ ਭਾਪੇ ਕੇ ਵੇਚ ਗਈ ਹੈ ਜੀ। ਤੇ ਜਦੋਂ ਭਾਪੇ ਕੇ ਮੇਚਕਾ ਹੋ ਗਿਆ ਉਦੋਂ ਪਾ ਲਈ। ਗੱਲ ਸੁਣ ਮੇਰੀ, ਹਾਂਜੀ ਆ ਨਾ ਜਿਹੜੇ ਮਾਸਟਰ ਹੁੰਦੇ ਆ, ਮੇਰੇ ਵਰਗੇ ਅਧਿਆਪਕ ਹੁੰਦੇ ਆ, ਇਹ ਬਹੁਤ ਦੂਰ ਅੰਦੇਸ਼ੀ ਹੁੰਦੇ ਆ ਪਤਾ। ਇਹ ਦੇਖ ਤੈਨੂੰ ਖੁੱਲੀ ਸ਼ਰਟ ਜਿਹੜੀ ਦਿੱਤੀ ਆ ਨਾ, ਇਹਦੇ ਪਿੱਛੇ ਬਹੁਤ ਵੱਡਾ ਕਾਰਨ ਹੈ। ਕੀ ਦੇਖ ਹੁਣ ਤੂੰ 10ਵੀਂ ਪਾਸ ਕਰ ਲਈ ਆ, 12ਵੀਂ ਪਾਸ ਕਰ ਲੇਗਾ, ਫਿਰ ਕਿਸੇ ਕਾਲਜ ਚਲੇ, ਕਾਲਜ ਤੋਂ ਬਾਅਦ ਯੂਨੀਵਰਸਿਟੀ, ਤੇ ਯੂਨੀਵਰਸਿਟੀ ਤੋਂ ਬਾਅਦ ਤੂੰ ਵਧੀਆ ਨੌਕਰੀ ਤੇ ਲੱਗ ਜਾਏਗਾ। ਤੇ ਜਦੋਂ ਨੌਕਰੀ ਤੇ ਲੱਗਿਆ ਹੋ ਕੇ ਨਾ ਇਹ ਸ਼ਰਟ ਪਾਏਗਾ, ਤੈਨੂੰ ਉਦੋਂ ਯਾਦ ਆਊ ਕਿ ਇਸ ਮੁਕਾਮ ਤੇ ਪਹੁੰਚਣ ਦੇ ਪਿੱਛੇ ਨਾ ਕਿੰਨਾ ਅਧਿਆਪਕਾਂ ਦਾ। ਤੇ ਮੇਰੇ ਨਾਲ ਇੱਕ ਵਾਅਦਾ ਕਰ, ਹਾਂਜੀ ਮਾਸਟਰ ਜੀ। ਜਦੋਂ ਵੀ ਤੂੰ ਕਿਸੇ ਨੌਕਰੀ ਦੀ ਇੰਟਰਵਿਊ ਲਈ ਜਾਏਗਾ ਨਾ, ਸਾਡੀ ਦਿੱਤੀ ਇਹ ਸ਼ਰਟ ਜ਼ਰੂਰ ਪਾ ਕੇ ਜਾ। ਜ਼ਰੂਰ ਪਾ ਕੇ ਜਾਵਾਂ ਮਾਸਟਰ ਜੀ। ਸਾਨੂੰ ਬਹੁਤ ਖੁਸ਼ੀ ਹੋਈ, ਠੀਕ ਹੈ ਜੀ ਮਾਸਟਰ ਜੀ। ਬਹੁਤ ਖੁਸ਼ੀ ਹੋ ਪੁੱਤਰਾ। ਉਹ ਦਿਨ ਵੀ ਆ ਗਿਆ ਜਦੋਂ ਮੈਂ ਇੰਟਰਵਿਊ ਦੇਣ ਲਈ ਜਾਣਾ ਸੀ। ਮੈਂ ਚਾਹੀ ਸਵੇਰੀ ਉੱਠਿਆ ਤੇ ਮੇਰੀ ਮੰਮੀ ਨੇ ਮੈਨੂੰ ਗੁਆਂਢੀਆਂ ਤੋਂ ਟਾਈ ਲਿਆ ਕੇ ਦਿੱਤੀ। ਮੈਂ ਉਹੀ ਸ਼ਰਟ ਪਾ ਕੇ ਇੰਟਰਵਿਊ ਦੇਣ ਲਈ ਚਲਾ ਗਿਆ। ਮੈਂ ਜਿਵੇਂ ਹੀ ਆਪਦੀ ਫਾਈਲ ਸਾਹਮਣੇ ਰੱਖੀ ਹਫਤੇ ਦੇ, ਬਸ ਸਰ ਦੇਖੋ ਇਹ ਮੇਰੇ ਨੰਬਰ ਨੇ। ਓਏ ਨੰਬਰ ਤਾਂ ਤੇਰੇ ਗਾਣੇ ਆ ਪਰ ਪੈਸੇ ਹੈਗੇ ਆ। ਮੈਂ ਸਰ ਜੇ ਮੇਰੇ ਕੋਲ ਪੈਸੇ ਹੁੰਦੇ ਤਾਂ ਮੈਂ ਨੌਕਰੀ ਕਿਉਂ ਕਰਨੀ ਸੀ? ਅੱਛਾ ਪੈਸੇ ਨਹੀਂ ਤਾਂ ਕੋਈ ਸਿਫਾਰਿਸ਼ ਹੋਣੀ ਹੈ। ਸਰ ਮੇਰੇ ਕੋਲ ਸਿਫਾਰਿਸ਼ ਨਹੀਂ, ਮੈਂ ਸਿਰਫ ਐਲੀਜੀਬਲ ਹਾਂ। ਮੇਰੀ ਨੌਕਰੀ ਦੇ ਲਈ ਦਿਓ ਜੀ, ਮੈਂ ਐਲੀਜੀਬਲ। ਉਹਨੇ ਚੱਕ ਕੇ ਮੇਰੀ ਫਾਈਲ ਪਰੇ ਭਗਾ ਕੇ ਮਾਰੀ। ਮੈਂ ਫੜਾ ਚੱਕੀ, ਬਸ ਸਰ ਦੇਖੋ ਮੈਂ ਐਲੀਜੀਬਲ ਹਾਂ, ਤੁਸੀਂ ਮੈਨੂੰ ਨੌਕਰੀ ਦਿਓ ਨਾ। ਫਿਰ ਭਗਾ ਕੇ ਮਾਰੀ। ਪੱਟੇ ਆ ਗਏ ਤੁਸੀਂ ਨੌਕਰੀ ਵਾਲੇ। ਉਹ ਤੇਰੇ ਕੋਲ ਪੈਸੇ ਨਹੀਂ ਕੋਈ ਤੇਰੇ ਕੋਲ ਸਿਫਾਰਿਸ਼ ਹੈ, ਮੂੰਹ ਚੱਕ ਕੇ ਇੱਥੇ ਨੌਕਰੀ ਲਿਆ, ਭਾਜਾ ਤੋਂ ਉਹਨੂੰ ਬਾਹਰ ਭਜਾ ਕੇ ਮਾਰਿਆ। ਮੇਰੇ ਇਕੱਲੇ ਨਾਲ ਉਹਨੇ ਇੰਜ ਨਹੀਂ ਕੀਤਾ, ਮੇਰੇ ਨਾਲ 20-25 ਮੁੰਡੇ ਕੁੜੀਆਂ ਹੋਰ ਸੀ, ਸਾਰਿਆਂ ਨੂੰ ਬਾਹਰ ਭਗਾ ਕੇ ਮਾਰਿਆ। ਤੇ ਅਸੀਂ ਗੁੱਸੇ ਚ ਆ ਕੇ ਆਪਣੇ ਹੱਕ ਲੈਣ ਲਈ ਉਹਦੇ ਦਫ਼ਤਰ ਦੇ ਸਾਹਮਣੇ ਧਰਨਾ ਲਾਤਾ। ਯਾਰ ਪਤਾ ਹੀ ਨਹੀਂ ਲੱਗਿਆ ਕਦੋਂ ਦੜ ਕਰਦੀਆਂ ਪੁਲਿਸ ਦੀਆਂ ਗੱਡੀਆਂ ਆਈਆਂ, ਸਾਡੇ ਤੇ ਪਾਣੀ ਦੀਆਂ ਬੁਛਾਰਾਂ ਹੋਈਆਂ, ਸਾਡੇ ਤੇ ਲਾਠੀ ਚਾਰਜ ਹੋਇਆ, ਸਾਡੇ ਨਾਲ ਇੰਜ ਸਲੂਕ ਕੀਤਾ ਗਿਆ ਜਿਵੇਂ ਯਾਰ ਅਸੀਂ ਇਨਸਾਨ ਨਾ ਹੋ ਕੇ ਅੱਤਵਾਦੀ ਹੋਈਏ। ਮੁੰਡਿਆਂ ਦੀਆਂ ਪੱਗਾਂ ਤੇ ਕੁੜੀਆਂ ਦੀਆਂ ਚੁੰਨੀਆਂ ਮੇਰੇ ਪੈਰਾਂ 'ਚ ਰੋਲ ਕੇ ਰੱਖ ਦਿੱਤੀਆਂ, ਪੈਰਾਂ 'ਚ ਰੋਲ ਕੇ ਰੱਖ ਦਿੱਤੀਆਂ ਉਹਨਾਂ ਨੇ। ਪਰ ਇੱਕ ਗੱਲ ਦੱਸਾਂ ਦੋਸਤੋ, ਜਿਹੜੇ ਦੇਸ਼ ਵਿੱਚ ਆਪਣੇ ਹੱਕ ਮੰਗਣ ਵਾਲੇ ਲੋਕਾਂ ਦਾ ਇਹ ਹਾਲ ਹੁੰਦਾ ਨਾ, ਉਹ ਦੇਸ਼ ਕਦੇ ਵੀ ਤਰੱਕੀ ਨਹੀਂ ਕਰ ਸਕਦਾ, ਕਦੇ ਵੀ ਤਰੱਕੀ ਨਹੀਂ ਕਰ ਸਕਦਾ। ਖੈਰ ਆਪਾਂ ਕਹਾਣੀ ਨੂੰ ਹੋਰ ਪਾਸੇ ਲੈ ਗਏ। ਆਪਾਂ ਦੁਬਾਰਾ ਤੋਂ ਆਪਣੀ ਕਹਾਣੀ ਤੇ ਆਉਂਦੇ ਹਾਂ। ਗੱਲ ਇੰਜ ਹੁੰਦੀ ਹੈ ਕਿ 10ਵੀਂ ਤੋਂ ਬਾਅਦ ਹੁੰਦੀ ਹੈ 11ਵੀਂ, 11ਵੀਂ ਤੋਂ ਬਾਅਦ ਹੁੰਦੀ ਹੈ 12ਵੀਂ। ਜਦੋਂ ਮੈਂ 12ਵੀਂ ਜਮਾਤ ਵਿੱਚ ਪੜ੍ਹਦਾ ਸੀ ਤਾਂ ਮੇਰਾ ਇੱਕ ਦੋਸਤ ਹੁੰਦਾ ਸੀ ਭੋਲਾ। ਉਹਦੀ ਬਹੁਤ ਜ਼ਿਆਦਾ ਮਾੜੀ ਆਦਤ ਸੀ ਜਿਹੜੀ ਤੁਹਾਡੇ ਸਾਰਿਆਂ ਦੀ ਹੈ। ਹੁਣ ਪੁੱਛੋ ਕਿਹੜੀ? ਨਕਲ ਮਾਰਨ ਵਾਲੀ। ਹੋਇਆ ਕੀ, ਮੈਂ ਤੇ ਭੋਲਾ ਪੇਪਰ ਦੇ ਜਾਈਏ ਤੇ ਪਿੱਛੋਂ ਭੋਲਾ ਬੋਲਦਾ, ਉੱਤੇ ਕਰਾ ਦੇ ਯਾਰ। ਪੜ ਕੇ ਨਹੀਂ ਆ ਜਾਂਦਾ। ਮੈਂ ਪੜਿਆ ਸੀ ਫਿਰ ਭੁੱਲ ਗਿਆ ਬਈ। ਉਹ ਨਾ ਮੈਂ ਪੜ ਰਿਹਾ ਸੀ, ਰਾਤੀ ਨਾ ਮੇਰੀ ਮੰਮੀ ਕਹਿੰਦੀ ਸੀ, ਮੇਰੀ ਦਾਦੀ ਕਹਿੰਦੀ ਮੈਂ ਪੁੱਤਰ ਸਵੇਰੇ ਨਾ ਜਦ ਪੇਪਰ ਦੇਣ ਜਾਏਗਾ ਨਾ ਦਹੀਂ ਖਾ ਕੇ ਜਾਈ, ਪੇਪਰ ਆਊਗਾ। ਪੇਪਰ ਤਾਂ ਨਹੀਂ ਹੁਣ ਖੱਟੇ ਅੜਕਾ ਰਹੀ ਹੈ। ਓਏ ਮੂਰਖਾ, ਦਹੀਂ ਖਾਣ ਨਾਲ ਪੇਪਰ ਨਹੀਂ ਆਉਂਦੇ, ਪੜਨਾ ਪੈਂਦਾ, ਸਮਝ ਗਿਆ? ਅੱਛਾ ਹਾਂ ਬਈ ਕਰਾ ਦੇ ਯਾਰ। ਓਏ ਯਾਰ ਸ਼ੋਰ ਨਾ ਕਰ, ਮਾਸਟਰ ਜੀ ਆ ਜਾਣਗੇ ਪਿੱਛੇ। ਤੇ ਫਿਰ ਆ ਜੇ। ਮੈਂ ਕਿਹੜਾ ਡਰਦਾ ਮਾਸਟਰਾਂ ਤੋਂ ਬੰਦੇ, ਮੈਂ ਨਹੀਂ ਡਰਦਾ। ਡਰਦਾ ਨਹੀਂ ਤੂੰ ਮਾਸਟਰ? ਨਹੀਂ ਡਰਦਾ? ਨਾ। ਨਹੀਂ ਡਰਦਾ? ਨਾ। ਮਾਸਟਰ ਜੀ ਆ ਗਏ। ਨਹੀਂ ਡਰਦਾ। ਤਾਂ ਮੈਂ ਐਕਸਰਸਾਈਜ਼ ਕਰਦਾ ਬਾਬਾ ਦਾ ਭਗਤ ਨਾ ਮੈਂ ਸੰਦਲੀਆ। ਓਏ ਚੁੱਪ ਕਰਕੇ ਆਪਦਾ ਪੇਪਰ ਕਰ ਲੈ, ਠੀਕ ਹੈ? ਅੱਛਾ ਬਈ ਕਰਾ ਦੇ ਯਾਰ, ਇੱਕ ਕੁਐਸਚਨ ਯਾਰ। ਮਾਸਟਰ ਜੀ ਆ ਬੋਲਦਾ ਸੀ ਜੀ, ਆ ਬੋਲਦਾ। ਓਏ ਚੁੱਪ ਕਰਕੇ ਪੇਪਰ ਕਰੋ। ਮੈਂ ਮਾਸਟਰ ਜੀ ਮੈਨੂੰ ਸਹੀ ਕੀ ਕਹਿੰਦਾ ਜੀ? ਕੀ ਕਹਿੰਦਾ? ਇੱਥੇ ਆਓ ਜੀ, ਮੈਂ ਤਾਂ ਸਹੀ ਕੀ ਕਹਿੰਦਾ। ਮਾਸਟਰ ਜੀ ਮੈਨੂੰ ਸਹੀ ਕੀ ਕਹਿੰਦਾ ਜੀ? ਇਹ ਕਹਿੰਦਾ ਜੀ
ਉਹ ਚੀਚੀ ਨੂੰ ਤੂੰ ਪੰਮੀ ਵਾਈਆ ਵਾ ਚੁੱਪ ਕਰਕੇ ਪੇਪਰ ਕਰਾ ਲੈ ਮੈਟਰੀ ਇਹ ਨਾ ਮੈਨੂੰ ਕਹਿੰਦਾ ਨਕਲ ਮਰਵਾ। ਮੈਂ ਕਿਹਾ ਮੈਂ ਪੜ ਕੇ ਤੂੰ ਆਪ ਨਹੀਂ ਪੜ ਕੇ ਆਉਂਦਾ ਨਕਲ ਮਾਰਦਾ ਹੀ ਹੈ। ਵੇ ਕਿੰਨਾ ਮੂਰਖ ਬੱਚਾ ਇਹ ਬੱਚਾ ਤਾਂ ਜਮੀ ਨਹੀਂ ਕਹਿ ਸਕਦਾ ਇੰਨਾ ਹੁਸ਼ਿਆਰ ਬੱਚਾ ਚੁੱਪ ਕਰਕੇ ਬੈਠ ਮਤਲਬ ਇਹ ਉਹਦੇ ਬਜਾਏ ਫਿਰ ਠੀਕ ਹੈ ਜੀ ਮੈਂ ਨਕਲ ਨਹੀਂ ਮਾਰਦਾ ਜੀ। ਮੈਂ ਹਿਸਾਬ ਰੱਖੂ ਜੀ ਕਿਸੇ ਨੂੰ ਨਕਲ ਨਹੀਂ ਮਾਰ ਦੇਣੀ। ਹਾਂ ਜੀ ਹਾਂ ਸਾਲਾ ਬੱਚਾ ਹਾਂਜੀ। ਤੇਰੀ ਡਿਊਟੀ ਹੈ ਜਿਹੜੇ ਬੰਦੇ ਨਕਲ ਕਰਦੇ ਆ ਨਾ ਬੱਚੇ ਜਿਹੜੇ ਉਹਨਾਂ ਦੀ ਡਿਊਟੀ ਲਾ ਦਿਆ ਕਰੋ ਹਾਂਜੀ ਠੀਕ ਹੈ ਜੀ ਤੁਸੀਂ ਚੁੱਪ ਕਰਕੇ ਪੇਪਰ ਕਰ ਲੈ ਚੀਜੀ ਨਹੀਂ ਕਰਨੀ ਹਾਂਜੀ ਤੁਸੀਂ ਜਾਓ ਜੀ। ਤੁਹਾਨੂੰ ਨਹੀਂ ਉਹ ਮੈਥ ਵਾਲੀ ਮੈਡਮ ਪੁੱਛਦੀ ਸੀ ਕਿੱਥੇ ਮਾਸਟਰ ਨੇ। ਹਾਂ ਉਧਰ ਵੀ ਡਿਊਟੀ ਆ ਮੇਰੀ ਹਾਂਜੀ ਓਏ ਛੇਤੀ ਪੁੱਛ ਯਾਰ ਫਟਾਫਟ। ਹਾਂਜੀ ਬਈ ਇੱਥੇ ਪਹਿਲਾ ਦੂਜਾ ਤੀਜਾ ਬਈ ਇੱਥੇ ਲਿਖਿਆ ਬਈ ਸਾਰੇ ਪ੍ਰਸ਼ਨ ਕਰਨੇ ਜ਼ਰੂਰੀ ਹਨ। ਹਾਂ ਤੇ ਫਿਰ ਸਾਰੇ ਹੀ ਕਰਨੇ ਆ। ਯਾਰ ਉੱਤਰ ਨਹੀਂ ਕਰਨੇ। ਉਹ ਨਾ ਕਰ ਉੱਤਰ ਫਿਰ ਲੈ ਲਈ ਜਿਹੜਾ ਵਜ਼ੀਫਾ ਲੈਣਾ ਤੂੰ। ਨਾ ਮਿਲੇ ਵਜੀਫਾ ਮਿੱਠੇ ਮਿਲ ਖਾ ਕੇ ਵਾਪਸ ਮੁੜ ਜਾਣਾ। ਉਹ ਬਈ ਇੱਥੇ ਲਿਖਿਆ ਹੋਇਆ ਵੀ ਪ੍ਰਧਾਨ ਮੰਤਰੀ ਦਾ ਜਨਮ ਕਿਉਂ ਹੋਇਆ। ਉਹ ਇੰਨਾ ਕਿਉਂ ਨਹੀਂ ਪੁੱਛਿਆ ਹੋਣਾ ਵੀ ਕਦੋਂ ਹੋਇਆ ਸੀ। ਅੰਨੇ ਆ ਦੇਖ ਲੈ ਪਹਿਲਾਂ। ਹਾਂ ਪ੍ਰਧਾਨ ਮੰਤਰੀ ਦਾ ਜਨਮ ਕਦੋਂ ਹੋਇਆ ਬਈ ਪਤਾ ਕਦੋਂ ਹੋਇਆ ਜੀ। ਮੈਨੂੰ ਕੀ ਪਤਾ ਯਾਰ ਤੂੰ ਆਪ ਲਿਖ ਲੈ ਆਪਦਾ। ਬਈ ਇੱਥੇ ਨਾ ਲਾਸਟ ਕੁਐਸਚਨ ਹੈ ਪੁੱਛੂਗਾ ਤੁਹਾਡੀ ਨਹੀਂ ਯਾਰ ਜਲਦੀ ਪੁੱਛ ਯਾਰ। ਬਈ ਇੱਥੇ ਲਿਖਿਆ ਵੀ ਤਾਜ ਮਹਿਲ ਕਿਸਨੇ ਬਣਾਇਆ ਸੀ। ਓਏ ਤਾਜ ਮਹਿਲ ਬਣਾਇਆ ਸੀ ਸ਼ਾਹਜਹਾਨ ਨੇ। ਲਿਖ ਲੈ। ਤਾਜ ਮਹਿਲ ਸ਼ਾਹਜਹਾਨ ਮਿਸਤਰੀ ਸੀ ਯਾਰ। ਨਾ ਮਿਸਤਰੀ ਨੂੰ ਉੱਥੇ ਪਲਾਸਟਰ ਕੀਤਾ ਸੀ ਯਾਰ। ਉਹ ਅਗਲੇ ਕੋਲ ਪੈਸੇ ਸੀ ਪੈਸੇ ਦੇ ਕੇ ਤਾਜ ਮਹਿਲ ਬਣਾ ਲਿਆ। ਤੁਹਾਡੇ ਤੋਂ ਸਾਈਕਲ ਨਹੀਂ ਬਣਦਾ। ਯਾਰ ਸ਼ਾਹਜਹਾਨ ਕਿੱਦਾਂ ਪੈਂਦਾ ਯਾਰ। ਸ਼ਾਹਜਹਾਨ ਪੈਂਦਾ। ਸ਼ਾਹਜਹਾਨ ਨੇ ਪੈਸੇ ਦਿੱਤੇ ਬਣਾਇਆ ਮਿਸਤਰੀਆਂ ਨਹੀਂ ਸੀ। ਸੱਬੇ ਯਾਰ ਹਾਂ ਮੈਨੂੰ ਇੱਕ ਗੱਲ ਨਹੀਂ ਪਤਾ ਚੱਲੀ। ਕਿਹੜੀ ਓਏ? ਯਾਰ ਚੀਜ਼ ਉਹਦੀ ਕਿਉਂ ਹੁੰਦੀ ਆ ਜਿਹੜਾ ਪੈਸੇ ਦਿੰਦਾ। ਚੀਜ਼ਾਂ ਉਹਦੀ ਕਿਉਂ ਨਹੀਂ ਹੁੰਦੀ ਬਈ ਜਿਹੜਾ ਬਣਾਉਂਦਾ ਹੈ। ਚੀਜ਼ ਉਹਦੀ ਕਿਉਂ ਨਹੀਂ ਹੁੰਦੀ ਜਿਹੜਾ ਬਣਾਉਂਦਾ। ਉਦੋਂ ਗੱਲ ਉਦੋਂ ਛੋਟੇ ਸੀ ਪਤਾ ਨਹੀਂ ਲੱਗਿਆ ਵੀ ਚੀਜ਼ ਉਹਦੀ ਕਿਉਂ ਨਹੀਂ ਹੁੰਦੀ ਜਿਹੜਾ ਬਣਾਉਂਦਾ। ਗੱਲ ਉੱਤੋਂ ਦੀ ਲੰਘੀ। ਪਰ ਅੱਜ ਜਦੋਂ PhD ਕੀਤੀ ਪੜ੍ਹਾਈ ਕੀਤੀ ਤਾਂ ਪਤਾ ਲੱਗਿਆ ਵੀ ਵਾਕਈ ਚੀਜ਼ ਉਹਦੀ ਕਿਉਂ ਨਹੀਂ ਹੁੰਦੀ ਜਿਹੜਾ ਬਣਾਉਂਦਾ। ਇੱਕ ਮਜ਼ਦੂਰ ਵੱਡੀਆਂ ਵੱਡੀਆਂ ਬਿਲਡਿੰਗਾਂ ਸਕੂਲ ਕਾਲਜ ਖੜੇ ਕਰ ਦਿੰਦਾ ਹੈ, ਪਰ ਆਪ ਉਸਦੇ ਬੱਚੇ ਬਿਨਾਂ ਪੜ੍ਹਾਈ ਤੋਂ ਰਹਿ ਜਾਂਦੇ ਨੇ, ਬਿਨਾਂ ਇਲਾਜੇ ਰਹਿ ਜਾਂਦੇ ਨੇ। ਇੱਕ ਕਿਸਾਨ ਦਿਨ ਨਹੀਂ ਦੇਖਦਾ ਰਾਤ ਨਹੀਂ ਦੇਖਦਾ, ਮਿੱਟੀ ਨਾਲ ਮਿੱਟੀ ਹੋ ਕੇ ਸਾਰੀ ਦੁਨੀਆ ਦਾ ਪੇਟ ਭਰਦਾ ਹੈ, ਪਰ ਆਪ ਉਸਦੇ ਬੱਚੇ ਭੁੱਖੇ ਸੋ ਜਾਂਦੇ ਨੇ। ਇਹ ਗੱਲ ਸਾਨੂੰ ਵੀ ਸੋਚਣੀ ਪੈਣੀ ਹੈ। ਇਹ ਚੀਜ਼ ਵਾਕਈ ਉਹਦੀ ਕਿਉਂ ਨਹੀਂ ਹੁੰਦੀ ਜਿਹੜਾ ਬਣਾਉਂਦਾ। ਖੈਰ 25 ਸਾਲ ਮਿਹਨਤ ਕਰਨ ਤੋਂ ਬਾਅਦ ਜਦੋਂ ਮੈਨੂੰ ਕੋਈ ਨੌਕਰੀ ਨਾ ਮਿਲੀ ਤਾਂ ਮੈਂ ਅੰਦਰੋਂ ਟੁੱਟ ਗਿਆ ਸੀ। ਮੈਨੂੰ ਲੱਗਿਆ ਇਸ ਮਾੜੇ ਹਾਲਾਤ 'ਚ ਸਿਰਫ ਇੱਕ ਇਨਸਾਨ ਹੈ ਜਿਹੜਾ ਮੈਨੂੰ ਹੌਸਲਾ ਦੇ ਸਕਦਾ ਹੈ, ਉਹ ਸੀ ਮੇਰੇ ਅਧਿਆਪਕ ਸੀ। ਮੈਂ ਹੌਸਲਾ ਲੈਣ ਲਈ ਆਪਣੇ ਮਾਸਟਰ ਜੀ ਕੋਲ ਉਹਨਾਂ ਦੇ ਘਰੇ ਚਲਾ ਗਿਆ। ਸਤਿ ਸ਼੍ਰੀ ਅਕਾਲ ਜੀ ਮਾਸਟਰ ਜੀ। ਮਾਸਟਰ ਜੀ ਪਛਾਣਿਆ ਮੈਨੂੰ? ਮੈਂ ਸੱਬਾ ਜੀ। ਹਾਂ ਸਭੇ ਕੀ ਹਾਲ ਹੈ ਪੁੱਤਰ। ਵਧੀਆ ਜੀ ਮਾਸਟਰ ਜੀ, ਤੁਸੀਂ ਸੁਣਾਓ ਜੀ। ਮੈਂ ਵੀ ਠੀਕ ਹਾਂ ਬਈ। ਮਾਸਟਰ ਜੀ ਤੁਸੀਂ ਉਦਾਸ ਕਿਉਂ ਜੀ? ਗੱਲ ਕੀ ਹੋ ਗਈ? ਕੀ ਦੱਸਾਂ ਸਰਵਰ ਪੁੱਤਰਾ, ਤੁਹਾਡੇ ਵਾਲਾ ਵੇਲਾ ਵਧੀਆ ਸੀ, ਬਹੁਤ ਵਧੀਆ ਵੇਲਾ ਸੀ ਤੁਹਾਡਾ। ਅੱਜ ਕੱਲ ਤਾਂ ਇਸ ਮਸ਼ੀਨੀ ਯੁੱਗ ਨੇ ਨਾ ਸਾਰਾ ਕੁਝ ਬਦਲ ਕੇ ਰੱਖ। ਵਿਦਿਆਰਥੀ ਨਹੀਂ ਰਹੇ, ਅਧਿਆਪਕਾਂ ਦੇ ਪਤਾ ਨਹੀਂ ਹੋ ਰਹੇ ਕਈ ਤਰ੍ਹਾਂ ਦੇ ਪ੍ਰੈਸ਼ਰ। ਤੈਨੂੰ ਪਤਾ ਆ ਮਸ਼ੀਨੀ ਯੁੱਗ ਨੇ, ਅੱਜ ਕੱਲ ਦੇ ਯੁੱਗ ਨੇ ਨਾ ਪੜ੍ਹਾਈ ਦਾ ਬੇੜਾ ਕਰਕੇ ਰੱਖ। ਅੱਜ ਕੱਲ ਮਾਪੇ ਕਹਿੰਦੇ ਸਾਡੇ ਬੱਚਿਆਂ ਨੂੰ ਕੁਝ ਕਹੋ ਨਾ, ਬੱਚੇ ਅਧਿਆਪਕਾਂ ਦਾ ਸਤਿਕਾਰ ਨਹੀਂ ਕਰਦੇ, ਅਧਿਆਪਕਾਂ ਦੇ ਅੱਗੇ ਐ ਬੋਲਦੇ ਆ ਜਿਵੇਂ ਉਹਨਾਂ ਦਾ ਕੋਈ ਛੋਟਾ ਭਰਾ ਹੋਵੇ, ਛੋਟੀ ਭੈਣ ਹੋਵੇ। ਪਤਾ ਹੀ ਨਹੀਂ ਚੱਲਦਾ। ਆ ਪਰਸੋਂ ਦੀ ਗੱਲ ਆ, ਇੱਕ ਨਾ ਬੱਚਾ ਸਕੂਲ ਦੇ ਵਿੱਚ ਵਰਦੀ ਨਹੀਂ ਪਾ ਕੇ ਆਇਆ। ਮੈਂ ਕਿਹਾ ਪੁੱਤਰਾ ਸਕੂਲ ਦੇ ਵਿੱਚ ਵਰਦੀ ਪਾ ਕੇ ਆਇਆ ਕਰੋ, ਚੰਗੇ ਬੱਚਿਆਂ ਦੀ ਤਰ੍ਹਾਂ ਸੋਹਣੇ ਲੱਗਦੇ ਆ। ਸਰਵਣ ਪੁੱਤਰਾ ਤੈਨੂੰ ਪਤਾ ਆ ਸਕੂਲਾਂ ਦੇ ਵਿੱਚ ਵਰਦੀ ਕਿਉਂ ਪਵਾਈ ਜਾਂਦੀ ਹੈ? ਇਹਦੇ ਪਿੱਛੇ ਬਹੁਤ ਵੱਡਾ ਕਾਰਨ ਹੈ। ਆ ਸਕੂਲਾਂ ਦੇ ਵਿੱਚ ਵਰਦੀ ਤਾਂ ਪਵਾਈ ਜਾਂਦੀ ਆ ਤਾਂ ਕਿ ਸਾਰੇ ਬੱਚੇ ਇੱਕੋ ਜਿਹੇ ਲੱਗਣ। ਕੋਈ ਕਿਸੇ ਜਾਤ ਪਾਤ, ਕਿਸੇ ਧਰਮ, ਕਿਸੇ ਊਚ ਨੀਚ ਦਾ ਕੋਈ ਫਰਕ ਨਾ ਹੋਵੇ। ਸਾਰੇ ਬੱਚੇ ਅਧਿਆਪਕਾਂ ਨੂੰ ਬਰਾਬਰ ਹੁੰਦੇ।
ਮਤਲਬ ਕਿ ਸਾਨੂੰ ਪਿਆਰ ਹੁੰਦਾ ਬੱਚਿਆਂ ਦੇ ਨਾਲ। ਉਹ ਕੋਈ ਮਾਸਟਰ ਤੁਹਾਨੂੰ ਕੂਰਦਾ ਤਾਂ ਆ ਤੁਹਾਡੇ ਨਾਲ ਪਿਆਰ ਆ, ਉਹ ਚਾਹੁੰਦਾ ਵੀ ਤੁਸੀਂ ਵਧੀਆ ਇਨਸਾਨ ਬਣ ਜਾਓ। ਪਰ ਨਾ ਅੱਗਾ ਬੱਚਾ ਪਤਾ ਕੀ ਕਹਿੰਦਾ ਕਿ ਮਾਸਟਰ ਜੀ ਮੇਰੇ ਨਾ ਘਰਦਿਆਂ ਨੇ ਮੈਨੂੰ ਲੈ ਕੇ ਦਿੱਤੇ ਨਵੇਂ ਕੱਪੜੇ, ਮੈਂ ਤਾਂ ਨਵੇਂ ਕੱਪੜੇ ਪਾਉਂਗਾ, ਤੁਹਾਨੂੰ ਕੀ ਮਤਲਬ ਹੈ। ਅੱਗੋਂ ਬੱਚਾ ਇੱਕ ਦਿਨ ਸਕੂਲ ਦੇ ਵਿੱਚ ਮੋਬਾਈਲ ਫੋਨ ਚਲਾਈ ਜਾਣਾ। ਮੈਂ ਕਿਹਾ ਬੇਟਾ ਜੀ ਤੁਹਾਡੀ ਉਮਰ ਨਹੀਂ ਹੈ ਜੀ ਮੋਬਾਈਲ ਫੋਨ ਚਲਾਉਣ ਦੀ, ਜਦੋਂ ਵੱਡੇ ਹੋ ਗਏ ਜੀ ਸਦਕੇ ਚਲਾਇਓ। ਆ ਪਿੱਛੇ ਜੀ ਤੈਨੂੰ ਪਤਾ ਲੋਕਡਾਊਨ ਦੇ ਵਿੱਚ ਵਿਦਿਆਰਥੀ ਦਾ ਕਿੰਨਾ ਬੁਰਾ ਹਾਲ ਹੋਇਆ। ਆ ਹਰੇਕ ਬੱਚੇ ਨੂੰ ਮੋਬਾਈਲ ਫੋਨ ਲੈਣਾ ਪਿਆ, ਆਨਲਾਈਨ ਪੜ੍ਹਾਈ ਕਰਨੀ ਪਈ, ਉਹਦਾ ਨਤੀਜਾ ਹੁਣ ਭੁਗਤਣਾ ਪਿਆ ਵਿਦਿਆਰਥੀਆਂ ਨੂੰ। ਮਾੜੇ ਰਿਜ਼ਲਟ ਆਏ ਨੇ ਵਿਦਿਆਰਥੀਆਂ ਨੂੰ। ਜਦੋਂ ਤੱਕ ਆਫਲਾਈਨ ਪੜ੍ਹਾਈ ਮੋੜ 'ਤੇ ਅਸੀਂ ਨਹੀਂ ਪੜ੍ਹਾਵਾਂਗੇ ਨਾ, ਆਨਲਾਈਨ ਪੜ੍ਹਾਈ ਉਹ ਬਦਲਣੀ ਹੈ ਉਸ ਚੀਜ਼ ਦਾ। ਤਾਂ ਵਿਦਿਆਰਥੀ ਪਤਾ ਕੀ ਕਹਿੰਦਾ ਮਾਸਟਰ ਜੀ ਜਿਹਦੇ ਕੋਲ 4 ਪੈਸੇ ਹੋਣਗੇ ਤਾਂ ਨਵਾਂ ਫੋਨ ਲਊਗਾ ਜੀ। ਤੁਹਾਨੂੰ ਕੀ ਮਤਲਬ ਹੈ, ਤੁਹਾਨੂੰ ਤੁਹਾਡੀਆਂ ਤਨਖਾਹ ਮਿਲ ਜਾਂਦੀਆਂ, ਆਪਦੀਆਂ ਤਨਖਾਹ ਲਓ ਤੇ ਆਪਦਾ ਕੰਮ ਕਰੋ, ਸਾਨੂੰ ਕਹਿਣ ਦੀ ਲੋੜ ਨਹੀਂ। ਜੇ ਤੁਸੀਂ ਸਾਨੂੰ ਕਹੋਗੇ ਨਾ ਮੈਂ ਆਪਦੇ ਮੰਮੀ ਡੈਡੀ ਨੂੰ ਦੱਸੂਗਾ, ਫਿਰ ਮੇਰੇ ਮੰਮੀ ਡੈਡੀ ਤੁਹਾਡੀ ਮਾਂ ਭੈਣ ਕਰਨਗੇ, ਚੰਗਾ ਲੱਗੂਗਾ। ਕੀ ਜਾਣੀ ਸ਼ਰਮਣ ਪੁੱਤਰਾ, ਜਦੋਂ ਅਧਿਆਪਕਾਂ ਤੇ ਵਿਦਿਆਰਥੀਆਂ ਦੇ ਵਿਚਕਾਰ ਇਹੋ ਜਿਹੇ ਬਾਤ ਵਿਵਾਦ ਹੋ ਜਾਣ ਨਾ, ਉੱਥੇ ਕਦੇ ਵਿਦਿਆ ਨਹੀਂ ਆ ਸਕਦੀ। ਨਹੀਂ ਮਾਸਟਰ ਜੀ ਏਦਾਂ ਨਹੀਂ, ਕੋਈ ਗੱਲ ਨਹੀਂ, ਸਭ ਤੈਨੂੰ ਪਤਾ ਸਰਕਾਰੀ ਸਕੂਲਾਂ ਦੇ ਵਿੱਚ ਅਧਿਆਪਕ ਸਿਰਫ ਪੜ੍ਹਾਉਣ ਹੀ ਨਹੀਂ ਰੱਖੇ ਜਾਂਦੇ, ਦੁਨੀਆ ਦੇ ਹੋਰ ਨੇ ਬਹੁਤ ਕੰਮ ਨੇ ਜਿਹੜੇ ਇਹਨਾਂ ਤੋਂ ਕਰਵਾਏ ਜਾਂਦੇ ਨੇ। ਮਿਡ ਡੇ ਮੀਲ ਦੀ ਰਿਪੋਰਟ ਤਿਆਰ ਕਰਨੀ ਹੋਵੇ ਚਲੋ ਅਧਿਆਪਕ, ਸਫਾਈ ਅਭਿਆਨ ਕਰਨਾ ਹੋਵੇ ਚਲੋ ਅਧਿਆਪਕ, ਵੋਟਾਂ 'ਚ ਡਿਊਟੀ ਲਾਉਣੀ ਹੋਵੇ ਚਲੋ ਅਧਿਆਪਕ, ਜਨਗਣਨਾ ਕਰਨੀ ਹੋਵੇ ਚਲੋ ਅਧਿਆਪਕ। ਹੋਰ ਤਾਂ ਹੋਰ ਲੋਕਾਂ ਦੀਆਂ ਇਹ ਪਖਾਨੇ ਗਿਣਦੇ ਫਿਰਦੇ ਆ ਵੀ ਕਿਹੜੇ ਕਿਸ ਘਰ 'ਚ ਕਿਹੜੇ ਪਖਾਨੇ ਬਣੇ ਹੋਏ ਕਿਹਦੇ। ਯਾਰ ਦੁਨੀਆ ਨੇ ਸਾਰੇ ਕੰਮ ਕਰਾਏ ਜਾਂਦੇ ਆ ਇਹਨਾਂ ਤੋਂ, ਪਰ ਜਿਹੜਾ ਇਹਨਾਂ ਦਾ ਮੇਨ ਕੰਮ ਹੈ ਨਾ ਪੜ੍ਹਾਉਣ ਦਾ, ਉਹੀ ਕਰਨ ਦਾ ਮੌਕਾ ਨਹੀਂ ਦਿੱਤਾ ਜਾਂਦਾ। ਬਾਬਾ ਨਾਨਕ ਦਾ ਸਾਰੀ ਉਮਰ ਕਹਿੰਦਾ ਮਰ ਗਿਆ, ਵਿਦਿਆ ਵਿਚਾਰੀ ਤਾਂ ਪਰਉਪਕਾਰੀ। ਯਾਰ ਵਿਦਿਆ ਵਿਚਾਰਨ ਦਾ ਹੀ ਸਮਾਂ ਨਾ ਦਿੱਤਾ ਗਿਆ ਯਾਰ, ਪਰਉਪਕਾਰ ਕਿੱਥੋਂ ਹੋ ਜੂ। ਨਹੀਂ ਮਾਸਟਰ ਮੈਨੂੰ ਤਾਂ ਲੱਗਦਾ ਨਾ ਇਹ ਲੋਕ, ਇਹ ਲੀਡਰ, ਇਹ ਜਿਹੜੇ ਤਾਨਾਸ਼ਾਹ ਬਾਬੇ ਨਾਨਕ ਤੋਂ ਨਾਰਾਜ਼ ਹੋ ਗਏ ਨੇ। ਬਾਬੇ ਨਾਨਕ ਤੋਂ ਵੀ ਨਾਰਾਜ਼ ਹੋ ਗਏ ਨੇ। ਕਿੱਡੀ ਸ਼ਰਮ ਵਾਲੀ ਗੱਲ ਹੈ, ਜਿਹੜੇ ਅਧਿਆਪਕ ਦੇ ਹੌਸਲੇ ਨਾਲ ਅੱਜ ਮੈਂ PhD ਕਰ ਗਿਆ ਸੀ, ਅੱਜ ਉਹੀ ਅਧਿਆਪਕ ਆਪਦਾ ਹੌਸਲਾ ਤੋੜੀ ਬੈਠਾ ਸੀ। ਪਰ ਇੱਕ ਗੱਲ ਦੱਸਾਂ ਦੋਸਤੋ, ਮੇਰੇ ਮਾਸਟਰ ਜੀ ਵਰਗੇ ਬੰਦੇ ਐਡੀ ਛੇਤੀ ਹੌਸਲਾ ਹਾਰਨ ਵਾਲੇ ਨਹੀਂ ਹੁੰਦੇ, ਬਲਕਿ ਆਪਾਂ ਤੋੜ ਦਿੰਦੇ ਆ ਉਹਨਾਂ ਦਾ ਹੌਸਲਾ ਰਲ ਮਿਲ ਕੇ। ਕਿਉਂਕਿ ਆਪਾਂ ਸਕੂਲ ਇੱਕ ਸਕੂਲ ਨਹੀਂ ਸਮਝਦੇ, ਮੰਡੀ ਸਮਝਿਆ। ਮੰਡੀ ਵੀ ਆਇਆ, ਮੰਡੀ ਦੇ ਅੰਦਰ ਜੱਜ ਬਣ ਕੇ ਬਾਹਰ ਜਾਵਾਂਗੇ, ਆਇਆ ਮੰਡੀ ਦੇ ਅੰਦਰ ਵਕੀਲ ਬਣ ਕੇ ਬਾਹਰ ਜਾਵਾਂਗੇ, ਆਇਆ ਮੰਡੀ ਦੇ ਅੰਦਰ ਇੰਜੀਨੀਅਰ ਬਣ ਕੇ ਬਾਹਰ ਜਾਵਾਂਗੇ। ਪਰ ਕੋਈ ਇਹ ਕਿਉਂ ਨਹੀਂ ਕਹਿੰਦਾ ਕਿ ਮੈਂ ਆਇਆ ਸਕੂਲ ਦੇ ਅੰਦਰ ਇੱਕ ਚੰਗਾ ਇਨਸਾਨ ਬਣ ਕੇ ਬਾਹਰ ਜਾਵਾਂ। ਭਾਈ ਮੈਂ ਕੌਣ ਹੁੰਦਾ ਤੁਹਾਨੂੰ ਸਮਝਾਉਣ ਵਾਲਾ ਜੋ ਆਪ ਆਪਣੀਆਂ ਡਿਗਰੀਆਂ ਵੇਚਣ ਆਇਆ। ਲੈ ਲਓ ਯਾਰ ਭਾਈ ਮੇਰੀ ਡਿਗਰੀਆਂ, ਪਰ ਤੁਸੀਂ ਵੀ ਕਿਉਂ ਲੋਗੇ ਦੋਸਤੋ। ਵਕਤ ਰਹਿੰਦੇ ਤੁਸੀਂ ਵੀ ਕਰੋਗੇ ਆਈਲੈਟਸ, ਚਲੇ ਜਾਓਗੇ ਕੈਨੇਡਾ ਅਮਰੀਕਾ ਬਾਹਰ, ਕਿਉਂਕਿ ਇੱਥੇ ਦਾ ਸਿਸਟਮ ਖਰਾਬ ਹੋ ਗਿਆ। ਮੈਨੂੰ ਇੱਕ ਗੱਲ ਦੱਸੋ, ਜੇ ਕੱਲ ਨੂੰ ਅਮਰੀਕਾ ਦਾ ਸਿਸਟਮ ਖਰਾਬ ਹੋ ਗਿਆ ਫਿਰ ਉਹਨੂੰ ਛੱਡ ਕੇ ਆਸਟ੍ਰੇਲੀਆ ਚਲੇ ਜਾਓਗੇ? ਜੇ ਆਸਟ੍ਰੇਲੀਆ ਦਾ ਸਿਸਟਮ ਖਰਾਬ ਹੋ ਗਿਆ ਫਿਰ ਉਹਨੂੰ ਛੱਡ ਕੇ ਕੈਨੇਡਾ ਚਲੇ ਜਾਓਗੇ? ਓਏ ਭੱਜੀ ਜਾਇਓ, ਇੱਕ ਤਾਂ ਖੜ ਕੇ ਮੁਕਾਬਲਾ ਨਾ ਕਰਿਓ। ਕੀ ਸੋਚਣਗੇ ਸਾਡੇ ਗੁਰੂ ਸਾਹਿਬਾਨ? ਉਹਨਾਂ ਦੀ ਕੌਮ ਹੁਣ ਲੜਦੀ ਨਹੀਂ, ਡਰ ਜਾਂਦੀ ਹੈ, ਗੁਲਾਮੀ ਮਨਜ਼ੂਰ ਕਰ ਲੈਂਦੀ ਹੈ। ਸੋ ਦੋਸਤੋ, ਮੈਂ ਇੱਥੇ ਡਿਗਰੀਆਂ ਵੇਚਣ ਬਿਲਕੁਲ ਨਹੀਂ ਆਇਆ ਸੀ, ਕਿਉਂਕਿ ਮੇਰੇ ਅਧਿਆਪਕ ਦੀ ਸਿੱਖਿਆ ਇੰਨੀ ਕਾਰ ਨਹੀਂ ਹੋ ਸਕਦੀ ਕਿ ਮੈਂ ਆਪਣੀ ਜ਼ਿੰਦਗੀ ਦੀ ਕਮਾਈ ਹੋਈਆਂ ਡਿਗਰੀਆਂ ਵੇਚਾਂ। ਇਹ ਡਿਗਰੀਆਂ ਵੇਚਣ ਦਾ ਸਿਰਫ ਇੱਕ ਬਹਾਨਾ ਸੀ, ਹੋਕਾ ਲਾਉਣ ਆਇਆ ਸੀ। ਜੇਕਰ ਮੇਰੇ ਵਾਂਗ ਤੁਹਾਨੂੰ ਵੀ ਕਿਸੇ ਭੈਣ ਭਰਾ ਦੇ ਹੱਕ ਮਰੇ ਨਾ, ਤਾਂ ਮੇਰੇ ਨਾਲ ਕੱਲ੍ਹ ਨੂੰ ਚਲੋ ਦਿੱਲੀ ਤੇ ਪਰਸੋਂ ਜਾਊਂਗਾ ਮੈਂ ਚੰਡੀਗੜ੍ਹ, ਉੱਥੇ ਜਾ ਕੇ ਆਪਦੇ ਹੱਕ ਪਵਾਉਂਗਾ। ਉਦੋਂ ਤੱਕ ਲਈ ਰਾਮ ਰਾਮ ਸਲਾਮ, ਧੰਨਵਾਦ, ਸਤਿ ਸ਼੍ਰੀ ਅਕਾਲ। ਨਾਟਕ ਚੰਗਾ ਲੱਗਿਆ ਜਾਂ ਮਾੜਾ ਲੱਗਿਆ ਸਾਡਾ ਵਿਸ਼ਾ ਨਹੀਂ। ਨਾਟਕ ਸਮਝ